ਇਹ ਇੱਕ ਹਿਸਾਬ ਦੇ ਨਾਲ ਸਾਡੇ ਰਹਿਤਨਾਮੇ ਨੇ। ਰਹਿਤਨਾਮੇ ਦਾ ਮਤਲਬ ਇਹ ਹੁੰਦਾ ਜਿਹਦੇ ਵਿੱਚ ਰਹਿਤ ਲਿਖੀ ਗਈ ਹੁੰਦੀ ਹੈ ਵੀ ਅਸੀਂ ਕਿੱਦਾਂ ਰਹਿਣਾ ਹੈ ਜਾਂ ਗੁਰਸਿੱਖ ਕਿੱਦਾਂ ਰਹਿੰਦੇ ਨੇ। ਇਸ ਕਰਕੇ ਇਹ ਜਿਹੜੀ ਪੌੜੀ ਹੈ ਅੱਜ ਦੀ, ਇਹ ਘਰ-ਬਾਰੀ ਸਿੱਖਾਂ ਦੇ ਬਾਰੇ ਹੈ। ਘਰ-ਬਾਰੀ ਸਿੱਖ ਦਾ ਮਤਲਬ ਉਹ ਹੁੰਦਾ ਹੈ, ਉਹ ਸਿੱਖ ਜਿਹੜਾ ਗ੍ਰਹਿਸਥੀ ਹੈ। ਆਪਾਂ ਸਾਰੇ ਹੀ ਇਸ ਗੱਲ ਨੂੰ ਜਾਣਦੇ ਹਾਂ। ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਪੈ। ਗੁਰਮੁਖ ਅੱਖੀ ਦੇਖਣਾ, ਬ੍ਰਹਮ ਧਿਆਨ ਧਰੈ ਆਪ ਆਪੈ। ਜਿਹੜੇ ਘਰ-ਬਾਰੀ ਸਿੱਖ ਨੇ ਉਹਨਾਂ ਦਾ ਵਾਹ ਜ਼ਿਆਦਾ ਲੋਕਾਂ ਦੇ ਨਾਲ ਪੈਂਦਾ ਹੈ, ਬਜਾਏ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਘਰ-ਬਾਰ ਛੱਡੇ ਹੋਏ ਨੇ। ਦੋ ਤਰੀਕਿਆਂ ਦੇ ਸਿੱਖ ਹੋ ਸਕਦੇ ਨੇ। ਪ੍ਰੈਫਰੈਂਸ ਜ਼ਿਆਦਾ ਜਿਹੜੀ ਹੈ ਉਹ ਇੱਦਾਂ ਕਹਿ ਲਓ ਵੀ ਗੁਰਮਤਿ ਦੇ ਵਿੱਚ ਗ੍ਰਸਥ ਮਾਰਗ ਨੂੰ ਦਿੱਤੀ ਹੈ, ਘਰ-ਬਾਰੀਆਂ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ। ਸੱਚੇ ਪਾਤਸ਼ਾਹ ਜਿਹਨੇ ਤੈਨੂੰ ਜਾਣ ਲਿਆ ਹੈ ਨਾ, ਉਹ ਭਾਵੇਂ ਗ੍ਰਸਥੀ ਹੈ ਤੇ ਭਾਵੇਂ ਉਦਾਸੀ ਹੈ, ਉਹ ਪ੍ਰਵਾਨ ਹੈ। ਇਸ ਕਰਕੇ ਉਦਾਸੀਆਂ ਦੇ ਨਾਲ ਸਾਡੀ ਨਫ਼ਰਤ ਨਹੀਂ ਹੈ। ਸਾਧੂ ਉਹਦੀ ਮਰਜ਼ੀ ਹੈ, ਉਹਨੇ ਘਰ ਛੱਡਿਆ ਹੈ। ਗੁਰਮਤਿ ਇਸ ਗੱਲ ਨੂੰ ਨਹੀਂ ਮੰਨਦੀ ਕਿ ਘਰ ਛੱਡ ਕੇ ਭਗਤੀ ਕਰੋ, ਪਰ ਜਿਨ੍ਹਾਂ ਨੇ ਘਰ ਛੱਡ ਦਿੱਤੇ ਨੇ, ਗੁਰਮਤਿ ਦੀ ਉਹਨਾਂ ਦੇ ਨਾਲ ਨਫ਼ਰਤ ਵੀ ਨਹੀਂ ਹੈ। ਸਤਿਗੁਰੂ ਕਹਿੰਦੇ ਨੇ, ਖੱਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹਉ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ। ਸੱਚੇ ਪਾਤਸ਼ਾਹ ਇਹ ਜਿੰਨੇ ਸਾਂਗ ਨੇ, ਜਿੰਨੇ ਭੇਖ ਨੇ, ਜਿੰਨੇ ਪਹਿਰਾਵੇ ਨੇ, ਇਹਨਾਂ ਨੇ ਤੈਨੂੰ ਮਿਲਣ ਦੀ ਖਾਤਰ ਹੀ ਕੀਤੇ ਨੇ ਨਾ। ਅਸਲ ਦੇ ਵਿੱਚ ਗਲਤ ਹੋ ਗਿਆ ਹੈ ਤੇ ਉਹ ਦੂਜਾ ਪਾਸਾ ਹੈ। ਸਿਰਫ ਸਾਧੂ ਹੀ ਗਲਤ ਨਹੀਂ ਹੁੰਦੇ, ਘਰਾਂ ਦੇ ਵਿੱਚ ਰਹਿਣ ਵਾਲੇ ਵੀ ਗਲਤ ਹੋ ਸਕਦੇ ਨੇ। ਇਸ ਕਰਕੇ ਅਸੀਂ ਸਿਰਫ ਇਸੇ ਕਰਕੇ ਉੱਚੇ ਨਹੀਂ ਹੋ ਜਾਂਦੇ ਵੀ ਠੀਕ ਹੈ, ਸਾਨੂੰ ਭਾਈ ਗੁਰਦਾਸ ਸਾਹਿਬ ਨੇ ਕਹਿ ਦਿੱਤਾ ਵੀ ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ, ਅਸੀਂ ਜੀ ਗ੍ਰਸਥੀ ਹੋ ਗਏ ਹਾਂ ਤੇ ਇਸ ਕਰਕੇ ਉੱਚੇ ਹੋ ਗਏ ਹਾਂ। ਕਈ ਸਾਧੂਆਂ ਦਾ ਜੀਵਨ ਬੜਾ ਉੱਚਾ ਹੈ, ਘਰ-ਬਾਰ ਛੱਡੇ ਨੇ, ਬੜਾ ਕਮਾਲ ਦਾ ਜੀਵਨ ਹੈ। ਇਸ ਕਰਕੇ ਠੀਕ ਹੈ, ਪਰਿਵਾਰਾਂ ਨੂੰ ਪ੍ਰੈਫਰੈਂਸ ਹੈ, ਸਿੱਖੀ ਸਮਾਜ ਦਾ ਹਿੱਸਾ ਹੈ, ਸਮਾਜ ਤੋਂ ਟੁੱਟ ਜਾਣ ਦਾ ਨਾਮ ਨਹੀਂ ਹੈ। ਪਰ ਜਿਹੜਾ ਬੰਦਾ ਘਰ ਦੇ ਵਿੱਚ ਰਹਿ ਕੇ ਤੇ ਬਸ ਘਰ ਦਾ ਮਟੀਰੀਅਲ ਦੇ ਵਿੱਚ ਇੱਕ ਮਟੀਰੀਅਲ ਹੀ ਬਣ ਕੇ ਜ਼ਿੰਦਗੀ ਜੀ ਕੇ ਚਲਾ ਗਿਆ ਹੈ, ਗੁਰਮਤਿ ਉਹਨੂੰ ਵੀ ਬਹੁਤਾ ਜਿਹੜਾ ਹੈ ਨਾ ਉਹ ਮਾਣ ਨਹੀਂ ਦਿੰਦੀ। ਇੱਕ ਸ਼ਬਦ ਤੋਂ ਅਸੀਂ ਗੱਲ ਸ਼ੁਰੂ ਕਰਾਂਗੇ। ਦਾਤਾਰ ਕਹਿੰਦੇ ਨੇ, ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ। ਉਦਾਹਰਣ ਅਸੀਂ ਪਹਿਲਾਂ ਵੀ ਵਿਚਾਰਦੇ ਹੁੰਦੇ ਹਾਂ ਵੀ ਜਿੱਦਾਂ ਪਾਣੀ ਦੇ ਵਿੱਚ ਘੁੰਮਣ ਘੇਰੀ ਬਣ ਜਾਂਦੀ ਹੈ, ਜਿਹਨੂੰ ਵਰਲਪੂਲ ਕਿਹਾ ਜਾਂਦਾ ਹੈ, ਤੇ ਉਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਉੱਪਰ ਪਾਣੀ ਦੇ ਥੋੜ੍ਹੇ ਬਹੁਤੇ ਕਿਤੇ ਕਾਗਜ਼ ਹੋਣ ਜਾਂ ਥੋੜ੍ਹੇ ਬਹੁਤੇ ਕਿਤੇ ਹੋਰ ਜਿਹੜੇ ਕਣ ਰੁੜਦੇ ਆ ਰਹੇ ਹੁੰਦੇ ਨੇ ਨਾ, ਉਸ ਘੁੰਮਣ ਘੇਰੀ ਦੇ ਵਿੱਚ ਜਦੋਂ ਪੈ ਜਾਂਦੇ ਤੇ ਉੱਥੇ ਘੁੰਮਦੇ ਰਹਿੰਦੇ ਨੇ, ਗਾਂਹ ਨਹੀਂ ਜਾਂਦੇ, ਫਿਰ ਉੱਥੇ ਘੁੰਮਦੇ ਰਹਿੰਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੱਦਾਂ ਸਾਡੇ ਲਈ ਘਰ ਬਣ ਜਾਂਦਾ ਹੈ। ਸਾਡੇ ਕੋਲੋਂ ਘਰ ਤੋਂ ਉੱਤੇ ਨਹੀਂ ਫਿਰ ਸੋਚਿਆ ਜਾਂਦਾ। ਤੇ ਘਰ ਦਾ ਮਤਲਬ ਸਿਰਫ ਇੰਨਾ ਕੁ ਨਹੀਂ ਹੈ ਵੀ ਅਸੀਂ ਇਹ ਕਹਿ ਲਈਏ ਵੀ ਜਿਹੜੀ ਸਾਡੇ ਘਰ ਦੀ ਬਿਲਡਿੰਗ ਹੈ, ਚਾਰ ਦੀਵਾਰੀ ਹੈ, ਤੇ ਉਹ ਘਰ ਹੈ। ਘਰ ਐਕਸਪੈਂਡ ਹੋ ਗਿਆ ਨਾ। ਮੇਰੀ ਫੈਮਿਲੀ ਜਿਹੜੀ ਹੈ, ਜਿੰਨੇ ਰਿਸ਼ਤੇਦਾਰ ਨੇ, ਉਹ ਕਿਹਦੇ ਨਾਲ ਸੰਬੰਧ ਰੱਖਦੇ ਨੇ? ਮੇਰੇ ਘਰ ਦੇ ਨਾਲ ਹੀ ਤਾਂ ਸੰਬੰਧ ਰੱਖਦੇ ਨੇ। ਮੈਂ ਆਫਿਸ ਜਾ ਰਿਹਾ ਹਾਂ, ਆਫਿਸ ਕਿਉਂ ਜਾ ਰਿਹਾ ਹਾਂ? ਤਾਂ ਕਿ ਘਰ ਦਾ ਗੁਜ਼ਾਰਾ ਚੰਗਾ ਚੱਲ ਪਵੇ। ਇਹ ਵੀ ਤਾਂ ਘਰ ਦਾ ਹੀ ਹਿਸਾਬ ਕਿਤਾਬ ਹੈ। ਜਿੱਥੇ ਜਿੱਥੇ ਤੱਕ ਮੇਰੀ ਨਿੱਜ ਤੇ ਮੇਰੀ ਫੈਮਿਲੀ ਤੇ ਮੇਰੀਆਂ ਆਪਣੀਆਂ ਲੋੜਾਂ ਮੈਨੂੰ ਲੈ ਕੇ ਜਾਂਦੀਆਂ ਨੇ, ਇਹ ਮੇਰੇ ਘਰ ਦਾ ਹੀ ਵਿਸਥਾਰ ਹੈ, ਇਹ ਮੇਰਾ ਘਰ ਹੀ ਵੱਡਾ ਹੋਇਆ ਹੈ। ਇਸੇ ਕਰਕੇ ਮਹਾਰਾਜ ਕਹਿੰਦੇ, ਘਰ ਘੁੰਮਣ ਵਾਣੀ ਭਾਈ, ਇਹ ਮੈਨੂੰ ਘਰ ਹੀ ਘੁੰਮਣ ਘੇਰੀ ਬਣ ਗਿਆ ਹੈ। ਪਾਪ ਪੱਥਰ ਤਰਨ ਨਾ ਜਾਈ। ਤੇ ਉੱਤੋਂ ਸਭ ਤੋਂ ਵੱਡੀ ਗੱਲ ਹੈ ਵੀ ਜੇ ਉਹ ਘੁੰਮਣ ਘੇਰੀ ਵੱਡੀ ਹੋਵੇ ਤੇ ਫਿਰ ਕੀ ਹੁੰਦਾ ਹੈ, ਉਹਦੇ ਵਿੱਚ ਦਿੱਕਤ ਸਭ ਤੋਂ ਵੱਡੀ ਆਉਂਦੀ ਹੈ ਵੀ ਬੇੜੀਆਂ ਵੀ ਫਸ ਜਾਂਦੀਆਂ ਨੇ, ਬੇੜੀਆਂ ਵੀ ਨਹੀਂ ਨਿਕਲ ਪਾਉਂਦੀਆਂ। ਤੇ ਜਿਨ੍ਹਾਂ ਬੇੜੀਆਂ ਦੇ ਉੱਤੇ ਜ਼ਿਆਦਾ ਵੇਟ ਲੱਦਿਆ ਹੋਵੇ, ਉਹ ਤੇ ਸਗੋਂ ਨਹੀਂ ਨਿਕਲ ਪਾਉਂਦੀਆਂ। ਇਸ ਕਰਕੇ ਗੁਰਮਤਿ ਨੇ ਗ੍ਰਸਥੀ ਸਿੱਖ ਪੈਦਾ ਕੀਤੇ ਨੇ, ਘਰ-ਬਾਰੀ ਸਿੱਖ ਹੋਣ, ਘਰਾਂ ਦੇ ਵਿੱਚ ਰਹਿਣ। ਪਰ ਇਹ ਬੇਨਤੀ ਹੈ ਵੀ ਭਾਈ ਉਹਨਾਂ ਦੇ ਘਰਾਂ ਦੇ ਵਿੱਚੋਂ ਸਿੱਖੀ ਵੀ ਤੇ ਨਜ਼ਰ ਆਉਂਦੀ ਹੋਵੇ, ਉਹ ਸਿਰਫ ਕਰਮਕਾਂਡੀ ਸਿੱਖ ਨਾ ਹੋਣ। ਉਹਨਾਂ ਦੇ ਘਰਾਂ ਦੇ ਵਿੱਚੋਂ ਜੇ ਅਸੀਂ ਸਾਧੂਆਂ ਨੂੰ ਇਸ ਕਰਕੇ ਬੁਰਾ ਕਹਿ ਦਿੱਤਾ ਜੀ ਇਹਨਾਂ ਨੇ ਘਰ-ਬਾਰ ਛੱਡੇ ਨੇ, ਤੇ ਇਹਨਾਂ ਨੂੰ ਕੀ ਪਤਾ ਵੀ ਸਮਾਜ ਦੀਆਂ ਚਿੰਤਾਵਾਂ ਕੀ ਹੁੰਦੀਆਂ ਨੇ। ਤੇ ਕੀ ਅਸੀਂ ਚਿੰਤਾ ਇਕੱਠੀ ਕਰਨਾ ਹੈ ਦੁਨੀਆ ਦੇ ਵਿੱਚ ਵੀ ਸਾਨੂੰ ਘਰ ਦੀ ਬੜੀ ਚਿੰਤਾ ਹੈ ਤੇ ਸਾਨੂੰ ਘਰ ਦੇ ਬਾਰੇ ਬਹੁਤ ਜ਼ਿਆਦਾ ਪਤਾ ਹੈ? ਅਸੀਂ ਇਹੋ ਕੁਝ ਹੀ ਕਰਨ ਆਏ ਹਾਂ ਦੁਨੀਆ ਦੇ ਵਿੱਚ ਵੀ ਚਿੰਤਾ ਇਕੱਠੀ ਕਰ ਲਈਏ, ਇੱਕ ਦਿਨ ਜਦੋਂ ਚਲੇ ਜਾਵਾਂਗੇ ਚਿੰਤਾ ਇੱਥੇ ਛੱਡ ਜਾਵਾਂਗੇ ਤੇ ਆਪ ਗਾਂਹ ਤੁਰ ਪਏ।
ਅਸੀਂ ਇਹ ਕਰਨ ਥੋੜ੍ਹਾ ਆਏ ਸੀ ਜ਼ਿੰਦਗੀ ਦੇ ਵਿੱਚ। ਇਸ ਕਰਕੇ ਗੁਰਮਤ ਨੇ, ਫਿਰ ਮੈਂ ਬੇਨਤੀ ਕਰ ਦੇਵਾਂ, ਪ੍ਰੈਫਰ ਕੀਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਘਰ-ਬਾਰੀ ਨੇ, ਗ੍ਰਹਿਸਥੀ ਨੇ, ਕਿਰਤੀ ਲੋਕ ਨੇ, ਪਰ ਕਿਰਤ ਦੇ ਵਿੱਚ ਕਿਰਤੀ ਨਾ ਬਣ ਜਾਣ ਵੀ ਟਾਈਮ ਹੀ ਨਹੀਂ ਲੱਗਦਾ ਜਿਨ੍ਹਾਂ ਦੇ ਕੋਲੋਂ ਆਪਣੀਆਂ ਖਾਹਿਸ਼ਾਂ ਤੋਂ ਉੱਤੇ ਉੱਠਣ ਦਾ ਟਾਈਮ ਹੀ ਨਹੀਂ ਹੈ। ਗੁਰਮਤ ਉਹਨਾਂ ਨੂੰ ਵੀ ਫਿਰ ਕਹਿੰਦੀ ਹੈ, ਮੈਨੂੰ ਮਾਫ ਕਰਿਓ ਮਹਾਰਾਜ ਕਹਿੰਦੇ ਇਹ ਕੀੜੇ ਨੇ ਬਸ, ਇਹਦੇ ਤੋਂ ਵੱਧ ਕੁਝ ਨਹੀਂ ਜੀ। ਬੁਰਾ ਲੱਗ ਸਕਦਾ ਹੈ ਸੁਣਨ ਨੂੰ, ਜਿੱਦਾਂ ਉਹ ਮੱਖੀ ਵਾਰ-ਵਾਰ ਉਸੇ ਜ਼ਖਮ ਤੇ ਬੈਠਦੀ ਹੈ ਨਾ, ਇੱਦਾਂ ਸਾਡੇ ਕੋਲੋਂ ਆਪਣੇ ਘਰਾਂ ਤੋਂ ਹੀ ਨਹੀਂ ਉੱਤੇ ਉੱਠਿਆ ਜਾਂਦਾ। ਵੇਖ ਲੈਣਾ, ਚੰਗੀਆਂ ਆਦਤਾਂ ਹੋਣ, ਬੁਰੀਆਂ ਹੋਣ, ਪਰ ਆਦਤ ਘਰ ਦੇ ਦੁਆਲੇ ਹੀ ਘੁੰਮਦੀ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਕੀ ਕਿਹਾ ਕਿ ਭਾਈ ਜਿਹੜੇ ਘਰ-ਬਾਰੀ ਤੇ ਜਿਉਂਦੇ ਜੀ ਜਿਹੜੇ ਮੁਕਤ ਸਿੱਖ ਹੋ ਜਾਂਦੇ ਨੇ, ਉਹਨਾਂ ਦੀਆਂ ਆਦਤਾਂ ਕਿਵੇਂ ਦੀਆਂ ਨੇ, ਉਹਨਾਂ ਦਾ ਸੁਭਾਅ ਕਿਵੇਂ ਦਾ ਹੈ। ਹੋ ਸਕਦਾ ਇਹਦੇ ਵਿੱਚੋਂ ਕੁਝ ਸਾਡੇ ਵਿੱਚ ਹੋਣ ਵੀ, ਤੇ ਕੁਝ ਅਸੀਂ ਸਿੱਖਣ ਦੀ ਵੀ ਕੋਸ਼ਿਸ਼ ਕਰੀਏ। ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਾਪੈ। ਦੋ ਗੱਲਾਂ ਨੇ, ਕਹਿੰਦੇ ਇੱਕ ਤੇ ਗੁਰਮੁਖ ਦਾ ਸੁਭਾਅ ਹੈ ਵੀ ਉਹਦਾ ਬੋਲ ਮਿੱਠਾ ਹੈ, ਉਹਦਾ ਬੋਲ ਚੰਗਾ ਹੈ। ਦੂਜੇ ਨੰਬਰ ਦੇ ਉੱਤੇ ਉਹ ਜੋ ਬੋਲਦਾ ਪਿਆ ਹੈ ਉਹਦਾ ਬੋਲ ਰੱਬੀ ਬੋਲ ਹੈ, ਉਹਦਾ ਬੋਲ ਰੱਬ ਦੀ ਬੰਦਗੀ ਵਾਲਾ ਬੋਲ ਹੈ। ਇਹ ਦੋ ਗੱਲਾਂ ਨੇ ਬਸ। ਭਾਈ ਗੁਰਦਾਸ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਭਾਈ ਘਰ ਦੇ ਅੰਦਰ ਦੀਵਾ ਜਗਦਾ ਪਿਆ ਹੋਵੇ ਨਾ, ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਘਰ ਦੇ ਅੰਦਰ ਦੀਵਾ ਹੈ ਕਿ ਨਹੀਂ, ਪਰ ਜਦੋਂ ਇਸੇ ਦੀਵੇ ਦੇ ਨਾਲ ਕਿਤੇ ਝੌਂਪੜੀ ਨੂੰ ਅੱਗ ਲੱਗ ਜਾਵੇ ਨਾ, ਤੇ ਫਿਰ ਬਾਹਰ ਦੇ ਵੀ ਵੇਖ ਲੈਂਦੇ ਨੇ ਵੀ ਕੀ ਹਾਲ ਬਣ ਗਿਆ। ਬਸ ਜ਼ੁਬਾਨ ਦੇ ਬੋਲ ਇੱਦਾਂ ਦੇ ਨੇ, ਮੇਰੇ ਅੰਦਰ ਕੀ ਤੂਫਾਨ ਮੱਚਿਆ ਪਿਆ ਹੈ ਕਿਸੇ ਨੂੰ ਨਹੀਂ ਪਤਾ, ਪਰ ਜਦੋਂ ਇਸ ਮੂੰਹ ਤੋਂ ਬਾਹਰ ਨਿਕਲ ਗਏ, ਫਿਰ ਮੈਂ ਵੀ ਚਾਹਾਂ ਤੇ ਨਹੀਂ ਵਾਪਸ ਲੈ ਕੇ ਜਾ ਸਕਦਾ ਇਹਨੂੰ। ਜਦੋਂ ਮੂੰਹ ਤੋਂ ਨਿਕਲ ਗਏ ਫਿਰ ਕੌਣ ਪਿੱਛੇ ਲੈ ਕੇ ਜਾ ਸਕਦਾ? ਫਿਰ ਤੇ ਖਿਲਰਨਗੇ ਬਸ ਜਿੰਨੇ ਖਿਲਰ ਸਕਦੇ ਨੇ। ਹਵਾ ਦਾ ਕੰਮ ਹੀ ਖਿਲਾਰਨਾ ਹੈ, ਆਕਾਸ਼ੇ ਦਾ ਕੰਮ ਹੀ ਇਹ ਹੈ। ਇਹਨੂੰ ਸ਼ੇਖ ਸਾਦੀ ਇੱਦਾਂ ਬੋਲਦਾ ਹੁੰਦਾ, ਕਹਿੰਦਾ ਵੀ ਕਿਸੇ ਥਾਂ ਦੇ ਉੱਤੇ ਨਾ ਕਿਸੇ ਸ਼ੈਤਾਨ ਬੱਚੇ ਨੇ ਘੋੜਾ ਖੋਲ ਦਿੱਤਾ। ਉਹ ਘੋੜਾ ਤੇਜ਼ ਬੜਾ ਸੀ, ਅਜੇ ਗਿੱਝਿਆ ਨਹੀਂ ਸੀ ਤੇ ਬੜਾ ਤਾਕਤ ਵਾਲਾ ਸੀ। ਹੁਣ ਬੱਚੇ ਨੇ ਤੇ ਸ਼ੈਤਾਨੀ ਕਰ ਦਿੱਤੀ ਤੇ ਬੱਚਾ ਤੇ ਪਰੇ ਹੋ ਗਿਆ, ਤੇ ਜਿਹੜੇ ਮਾਲਕ ਦਾ ਘੋੜਾ ਸੀ ਬਾਅਦ ਚ ਮਾਲਕ ਉਹਦੇ ਕੋਲੋਂ ਵੀ ਨਹੀਂ ਫੜਿਆ ਗਿਆ, ਕਿਉਂਕਿ ਤੇਜ਼ ਹੀ ਇੰਨਾ ਸੀ। ਹੁਣ ਵੇਖ ਲਓ ਹਾਲ ਸਾਡਾ ਇਹ ਹੈ, ਸਾਡੇ ਮੂੰਹ ਤੋਂ ਬੋਲ ਨਿਕਲ ਜਾਂਦੇ ਨੇ, ਫਿਰ ਲਾਈ ਜਾਈਏ ਜਿੰਨਾ ਮਰਜ਼ੀ ਜ਼ੋਰ ਤੇ ਜਿੰਨੀ ਮਰਜ਼ੀ ਕੋਸ਼ਿਸ਼, ਸਾਡੇ ਬੋਲੇ ਬੋਲ ਤੇ ਵਾਪਸ ਮੂੰਹ ਦੇ ਵਿੱਚ ਨਹੀਂ ਪੈਣਗੇ। ਇਸ ਕਰਕੇ ਮਹਾਰਾਜ ਮੈਂ ਮਾਫੀ ਮੰਗ ਕੇ ਕਹਿੰਦਾ ਹਾਂ, ਤੁਹਾਡੇ ਨਾਲੋਂ ਜ਼ਿਆਦਾ ਬੋਲਦੇ ਹਾਂ। ਲੋਕੀ 10-10 ਸਾਲ ਪੁਰਾਣੀਆਂ ਗੱਲਾਂ ਕੱਢ ਕੇ ਸਾਹਮਣੇ ਲੈ ਆਉਂਦੇ ਵੀ ਆਹ ਵੇਖੋ 10 ਸਾਲ ਪਹਿਲਾਂ ਆਹ ਬੋਲਦਾ ਸੀ ਤੇ ਅੱਜ ਆਹ ਬੋਲੀ ਜਾਂਦਾ। ਅੱਜ ਕੱਲ੍ਹ ਤਾਂ ਸਗੋਂ ਸਿਸਟਮ ਨੇੜੇ ਹੋ ਗਿਆ ਨਾ, ਹਰ ਗੱਲ ਦੇ ਉੱਤੇ ਮੋਬਾਈਲ, ਹਰ ਕੋਈ ਜੇਬ ਦੇ ਵਿੱਚ ਪਾਈ ਫਿਰਦਾ ਪਹਿਲਾਂ ਹੀ, ਵੀ ਇਹਨੂੰ ਟਾਈਮ ਆਵੇਗਾ ਤੇ ਫਿਰ ਦੱਸਾਂਗੇ ਵੀ ਤੂੰ ਪਹਿਲਾਂ ਆਹ ਬੋਲਦਾ ਸੀ ਤੇ ਹੁਣ ਆਹ ਬੋਲਦਾ ਪਿਆ। ਕਿੰਨਿਆਂ ਦੇ ਬੋਲ ਬਦਲ ਜਾਂਦੇ ਨੇ, ਆਉਂਦੀਆਂ ਰਹਿੰਦੀਆਂ ਨੇ ਤੁਹਾਡੇ ਕੋਲ ਵੀ ਵੀਡੀਓਜ਼। ਇਸ ਕਰਕੇ ਪਹਿਲਾਂ ਸਭ ਤੋਂ ਆਪਣੀ ਬੋਲੀ ਸੁਧਾਰਨੀ, ਇਹ ਸਭ ਤੋਂ ਪਹਿਲਾ ਪਾਸਾ ਹੈ। ਅਸੀਂ ਘਰ ਦੇ ਵਿੱਚ ਹਾਂ, ਘਰ ਤੋਂ ਬਾਹਰ ਹਾਂ, ਸਾਡਾ ਆਪਣੇ ਬੋਲਾਂ ਦੇ ਉੱਤੇ ਨਿਯੰਤਰਣ ਹੋਣਾ ਚਾਹੀਦਾ ਹੈ। ਮੈਨੂੰ ਮਾਫ ਕਰਿਓ, ਇਹ ਗੱਲ ਛੋਟੀ ਜਿਹੀ ਲੱਗਦੀ ਹੈ। ਜਿਹੜੇ ਬੰਦੇ ਨੂੰ ਘਰ ਦੇ ਵਿੱਚ ਗਾਲਾਂ ਕੱਢਣ ਦੀ ਆਦਤ ਹੈ, ਸੁਭਾਵਿਕ ਗੱਲ ਹੈ ਉਹਦੇ ਬੱਚੇ ਵੀ ਗਾਂ ਕਿਤੇ ਨਾ ਕਿਤੇ ਗਾਲਾਂ ਕੱਢਣਗੇ ਹੀ ਕੱਢਣਗੇ। ਤੇ ਜਿਹਦੇ ਵੱਡੇ ਗਾਲਾਂ ਨਹੀਂ ਨਾ ਕੱਢਦੇ ਘਰ ਦੇ ਵਿੱਚ, ਤੇ ਬੱਚਾ ਕਿਤੇ ਬਾਹਰੋਂ ਸਿੱਖ ਵੀ ਆਵੇ ਤਾਂ ਬੱਚੇ ਨੂੰ ਫੀਲ ਹੋਣ ਲੱਗ ਪੈਂਦਾ ਵੀ ਮੈਂ ਕੁਝ ਗਲਤ ਬੋਲਿਆ, ਸਾਡੇ ਘਰ ਦੇ ਵਿੱਚ ਤੇ ਕੁਝ ਬੋਲਿਆ ਹੀ ਨਹੀਂ ਜਾਂਦਾ। ਇਹ ਲਗਭਗ ਮੈਂ ਹਰ ਘਰ ਦੇ ਵਿੱਚ ਹਾਲਤ ਵੇਖੀ, ਜਿਨ੍ਹਾਂ ਦੇ ਵੱਡੇ ਕੱਢਦੇ ਨੇ ਗਾਂ ਬੱਚੇ ਵੀ ਪੂਰਾ ਜ਼ੋਰ ਲਾ ਲਾ ਕੇ। ਤੇ ਅੱਜ ਕੱਲ੍ਹ ਤੇ ਮਹਾਰਾਜ ਬਖਸ਼ ਲਵੇ, ਬੀਬੀਆਂ ਵੀ ਨਹੀਂ ਘੱਟ, ਉਹ ਦੋ ਵੱਧ ਸੁਣਾਉਂਦੀਆਂ ਨੇ, ਕਿਉਂਕਿ ਪੜ੍ਹਾਈ ਲਿਖਾਈ ਦਾ ਇਹੋ ਤਾਂ ਮਤਲਬ ਹੋ ਗਿਆ ਨਾ ਵੀ ਜਦੋਂ ਬਰਾਬਰੀ ਦਾ ਸਿਧਾਂਤ ਆ ਗਿਆ ਤਾਂ ਫਿਰ ਅਸੀਂ ਕਿਉਂ ਪਿੱਛੇ ਰਹੀਏ। ਜਿਹੜੀਆਂ ਗਾਲਾਂ ਬੰਦੇ ਕੱਢਦੇ ਨੇ ਬੀਬੀਆਂ ਵੀ ਉੱਦਾਂ ਹੀ, ਕਿਉਂਕਿ ਜੋ ਸਿੱਖਿਆ ਜਾ ਰਿਹਾ ਹੈ ਉਹੀ ਸਾਹਮਣੇ ਆ ਰਿਹਾ ਹੈ। ਹੁਣ ਸਿਖਾਇਆ ਤੇ ਇਹੋ ਕੁਝ ਜਾ ਰਿਹਾ। ਇਸ ਕਰਕੇ ਆਪਣੇ ਬੋਲਾਂ ਦੇ ਉੱਤੇ ਕੰਟਰੋਲ, ਮੈਂ ਕੀ ਬੋਲਦਾ ਪਿਆ। ਕਈਆਂ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਦੇ ਮੂੰਹ ਦੇ ਵਿੱਚੋਂ ਗਾਲ ਨਿਕਲ ਜਾਂਦੀ ਹੈ, ਮੈਂ ਸ਼ਬਦ ਵਾਰ-ਵਾਰ ਵਰਤਦਾ ਪਿਆ ਹਾਂ, ਬਖਸ਼ ਲਵੇ ਸਤਿਗੁਰੂ, ਪਤਾ ਹੀ ਨਹੀਂ ਲੱਗਾ, ਆਦਤ ਹੀ ਇੰਨੀ ਪੈ ਗਈ। ਔਰ ਕਈਆਂ ਦੇ ਤੇ ਹਾਲ ਏਡੇ ਬੁਰੇ ਨੇ, ਗੁਰਦੁਆਰੇ ਨਿਕਲ ਜਾਂਦੀ ਹੈ ਉਹਨਾਂ ਦੇ ਕੋਲੋਂ, ਬਾਅਦ ਚੇਤਾ ਆਉਂਦਾ ਵੀ ਉਹ ਮੈਂ ਤਾਂ ਗੁਰਦੁਆਰੇ ਬੈਠਾ। ਇੱਦਾਂ ਦੇ ਹਾਲ ਆਪਣੇ ਬੋਲਾਂ ਦੇ ਉੱਤੇ। ਇਹ ਤਾਂ ਸਿਰਫ ਮਾੜੇ ਬੋਲ ਦੀ ਗੱਲ ਆ ਵੀ ਮਾੜੇ ਬੋਲਾਂ ਦੇ ਉੱਤੇ ਕੰਟਰੋਲ ਰੱਖੋ, ਪਰ ਬੋਲਣਾ ਵੀ ਤਾਂ ਚੰਗਾ ਹੈ। ਉਹ ਸ਼ੇਖ ਸਾਦੀ ਇਹਨੂੰ ਕਹਿੰਦੇ ਹੁੰਦੇ ਵੀ
ਸਾਰਾ ਦਿਨ ਮੂੰਹ ਦੇ ਵਿੱਚੋਂ ਮਿੱਟੀ ਕੱਢਣ ਦੀ ਬਜਾਏ ਇੱਕ ਫੁੱਲ ਕੱਢ ਲਾ ਨਾ, ਇੱਕ ਫੁੱਲ ਕੱਢ ਲੈ, ਵੀ ਸਾਰਾ ਦਿਨ ਬੋਲੀ ਜਾਂਦਾ ਬੋਲੀ ਜਾਂਦਾ ਬੋਲੀ ਜਾਂਦਾ। ਔਰ ਕਈਆਂ ਦੀ ਆਦਤ ਹੁੰਦੀ ਹੈ, ਮੈਂ ਵੀ ਬੋਲਦਾ ਪਿਆ ਹਾਂ, ਬਖਸ਼ ਲਿਓ, ਪਰ ਇਹ ਆਦਤ ਹੁੰਦੀ ਹੈ, ਕਈ ਚੁੱਪ ਨਹੀਂ ਰਹਿ ਸਕਦੇ। ਪਰ ਚੰਗੀ ਗੱਲ ਇੱਕ ਨਹੀਂ ਕਰਨੀ ਸਾਰਾ ਦਿਨ, ਕਈਆਂ ਨੂੰ ਆਦਤ ਹੁੰਦੀ ਹੈ ਨਹੀਂ ਬੋਲਦੇ, ਇਹ ਆਪਣੇ ਆਪਣੇ ਸੁਭਾਅ ਨੇ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖ ਜਿੰਨਾ ਬੋਲ ਬੋਲਦੇ ਨੇ ਉਹਨਾਂ ਦਾ ਬੋਲ ਮਿੱਠਾ ਹੈ, ਉਹਨਾਂ ਦਾ ਬੋਲ ਚੰਗਾ ਹੈ। ਬਚਪਨ ਦੇ ਵਿੱਚ ਅਸੀਂ ਸਾਰੇ ਬੋਲ ਮਿੱਠਾ ਬੋਲਦੇ ਹੁੰਦੇ ਹਾਂ, ਬਾਅਦ 'ਚ ਅਸੀਂ ਸੁਸਾਇਟੀ ਦੇ ਕੋਲੋਂ ਗੱਲਾਂ ਸਿੱਖਦੇ ਹਾਂ ਅਤੇ ਸਾਡੇ ਬੋਲ ਫਿੱਕੇ ਹੋਣੇ ਸ਼ੁਰੂ ਹੋ ਜਾਂਦੇ। ਬਸ ਇੰਨੀ ਕੁ ਖੇਡ ਹੈ। ਮੈਂ ਬਹੁਤ ਉਦਾਹਰਨਾਂ ਦਿੰਦਾ ਹੁੰਦਾ ਵੀ ਬੋਲੀ ਸਿੱਖਣੀ ਹੈ ਅਤੇ ਬੱਚਿਆਂ ਦੇ ਕੋਲੋਂ ਸਿੱਖ ਲਿਓ, ਵੇਖੇ ਕਿੰਨੇ ਅਦਬ ਦੇ ਨਾਲ ਬੋਲਦੇ ਨੇ। ਅਤੇ ਬੋਲੀ ਭੁੱਲਣੀ ਹੈ ਤਾਂ ਵੱਡਿਆਂ ਦੇ ਲਾਗੇ ਬਹਿ ਜਾਓ ਜਾ ਕੇ। ਉਹ ਇਹ ਵੀ ਆਪ ਜੀ ਨੇ ਸ਼ਾਇਦ ਕਿਤੇ ਪੜ੍ਹਿਆ ਹੀ ਹੋਵੇ ਵੀ ਜ਼ੁਬਾਨ 3 ਕੁ ਸਾਲ ਦੇ ਵਿੱਚ ਬੋਲਣਾ ਸਿੱਖ ਲੈਂਦੀ ਹੈ, ਪਰ ਬੋਲਣਾ ਕੀ ਹੈ ਭਾਵੇਂ ਸਾਰੀ ਜ਼ਿੰਦਗੀ ਨਾ ਆਵੇ। ਹੈ ਤਾਂ ਇੰਨਾ ਕੀ ਫਰਕ ਹੈ ਨਾ, ਬੋਲਣਾ ਕੀ ਹੈ ਭਾਵੇਂ ਸਾਰੀ ਜ਼ਿੰਦਗੀ ਨਾ ਆਵੇ, ਅਤੇ ਬੋਲਣਾ ਤਾਂ ਆਪਾਂ 3 ਕੁ ਸਾਲ 'ਚ ਹੀ ਸਿੱਖ ਲੈਂਦੇ ਹਾਂ। ਔਰ ਵੇਖ ਲਓ ਕੀ ਵੱਡਿਆਂ ਦੇ ਲਾਗੇ ਬੈਠ ਕੇ ਬੰਦੇ ਨੂੰ ਜਿਹੜਾ ਨਾ ਉਹ ਇੰਨਾ ਸ਼ਰਮ ਜਿਹੀ ਆਉਣ ਲੱਗ ਪੈਂਦੀ ਵੀ ਮੈਂ ਕਿਹਨਾਂ ਦੇ ਲਾਗੇ ਬੈਠਾ। ਇਹ ਘਟਨਾ ਦਾ ਆਪਾਂ ਜ਼ਿਕਰ ਪੜ੍ਹ ਲਈਏ ਅਤੇ ਫਿਰ ਆਪਾਂ ਅਗਲੀ ਗੱਲ ਕਰਾਂਗੇ। ਇਸ ਕਰਕੇ ਕੋਸ਼ਿਸ਼ ਕਰੋ, ਇਹ ਪ੍ਰੈਕਟਿਸ ਦੀਆਂ ਖੇਡਾਂ ਨੇ। ਜਿਨ੍ਹਾਂ ਘਰਾਂ ਦੇ ਵਿੱਚ ਬੱਚੇ ਜਾਂ ਵੱਡੇ ਬੁਰਾ ਨਹੀਂ ਬੋਲਦੇ, ਉਹਨਾਂ ਘਰਾਂ ਦੇ ਵਿੱਚ ਲੋਕੀ ਬੈਠਦੇ ਨੇ ਵੀ ਇਹਨਾਂ ਦੀ ਗੱਲ ਸੁਣੋ। ਜਿਨ੍ਹਾਂ ਘਰਾਂ 'ਚ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਹੋਣ ਪਰ ਗੰਦਾ ਬੋਲਣ ਦੀ ਆਦਤ ਹੈ, ਬੱਚੇ ਲਾਗੇ ਨਹੀਂ ਜਾਂਦੇ ਉਹਨਾਂ ਦੇ, ਵੀ ਇਹਦੇ ਲਾਗੇ ਨਹੀਂ ਜਾਣਾ, ਤਾਂ ਬੋਲਣ ਦਾ ਪਤਾ ਨਹੀਂ ਹੈਗਾ। ਔਰ ਇਸੇ ਕਰਕੇ ਤੂੰ ਦੀ ਬੋਲੀ, ਤੈਂ ਦੀ ਬੋਲੀ, ਇਹਨੂੰ ਕੰਟਰੋਲ ਦੇ ਵਿੱਚ ਰੱਖ ਕੇ ਇਹਦੀ ਥਾਂ ਦੇ ਉੱਤੇ ਤੁਸੀਂ ਵਰਡ ਸ਼ੁਰੂ ਕਰੀਏ, ਸੰਗਤ ਦੇ ਵਿੱਚ ਤੇ ਖਾਸ ਕਰਕੇ। ਔਰ ਇੱਥੇ ਅੰਕਲ ਆਂਟੀ ਵਾਲਾ ਹਿਸਾਬ ਵੀ ਨਹੀਂ ਹੋਣਾ ਚਾਹੀਦਾ, ਜਿਹਨੂੰ ਆਵਾਜ਼ ਮਾਰੋ ਵਾਹਿਗੁਰੂ ਕਹਿ ਕੇ ਆਵਾਜ਼ ਮਾਰੋ, ਜਾਂ ਇਸ ਤੋਂ ਇਲਾਵਾ, ਕਿਉਂਕਿ ਇਹ ਸਾਡੇ ਸ਼ਬਦ ਨਹੀਂ ਨੇ। ਸਾਡੇ ਸ਼ਬਦ ਦੇ ਵਿੱਚ ਬਾਬਾ ਸ਼ਬਦ ਹੈ, ਭਾਈ ਸ਼ਬਦ ਹੈ, ਵਾਹਿਗੁਰੂ ਸ਼ਬਦ ਹੈ। ਇੱਦਾਂ ਸੰਗਤ ਦੇ ਵਿੱਚ ਆਵਾਜ਼ ਮਾਰੋ, ਇੱਦਾਂ ਥੋੜ੍ਹਾ ਵੀ ਸਪੀਕਰ ਦੇ ਵਿੱਚ ਅਨਾਊਂਸ ਕਰਦੇ ਵੀ ਆਂਟੀ ਜੀ ਗੱਲ ਸੁਣਿਓ। ਇਹ ਘਰ ਦੀਆਂ ਗੱਲਾਂ ਥੋੜ੍ਹਾ ਹੋ ਰਹੀਆਂ ਨੇ, ਇਹ ਗੁਰੂ ਘਰ ਹੈ। ਹਰ ਇੱਕ ਬੋਲ ਨੂੰ ਇੰਨੇ ਸਮਝ ਦੇ ਵਿੱਚ ਬੋਲਣਾ। ਅਤੇ ਇਹ ਸਿਰਫ ਗੁਰਦੁਆਰੇ ਦੀ ਹੁਣ ਖੇਡ ਨਹੀਂ, ਮੈਂ ਸਾਰਾ ਦਿਨ ਕੀ ਬੋਲਦਾ ਪਿਆ ਹਾਂ, ਇਹ ਬੜਾ ਇੰਪੋਰਟੈਂਟ ਹੈ ਮੇਰੇ ਲਈ। ਇੱਕ ਘਟਨਾ ਦਾ ਜ਼ਿਕਰ ਆਉਂਦਾ, ਕਹਿੰਦੇ ਨਾ 2 ਜਣੇ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਪਏ ਸੀ ਅਤੇ ਉਹ ਇੱਕ ਨੂੰ ਆਦਤ ਸੀ ਗਾਲਾਂ ਕੱਢਣ ਦੀ, ਅਤੇ ਜਿਹੜਾ ਦੂਜਾ ਲਾਗੇ ਸਫ਼ਰ ਕਰਦਾ ਪਿਆ ਸੀ ਉਹਦੀ ਫੈਮਿਲੀ ਲਾਗੇ ਬੈਠੀ ਸੀ। ਅਤੇ ਹੁਣ ਸੁਭਾਵਿਕ ਦੀ ਗੱਲ ਹੈ, ਜਿਹਨੇ ਕਦੀ ਸੁਣੀਆਂ ਨਾ ਹੁਣ ਉਹਦੇ ਲਾਗੇ ਇਹੋ ਜਿਹੇ ਕਿਤੇ ਮਿਲ ਜਾਣ ਪੈਸੇਂਜਰ, ਬੜੀ ਦਿੱਕਤ ਹੁੰਦੀ ਹੈ, ਕਿਉਂਕਿ ਲੜਾਈ ਫਰੀ ਦੀ ਕੌਣ ਲੈਣੀ ਚਾਹੁੰਦਾ ਉੱਥੇ। ਜਿਹਨੂੰ ਬੋਲਣ ਦੀ ਆਦਤ ਉਹਨੇ ਤਾਂ ਕਿਤੇ ਵੀ ਬੋਲ ਪੈਣਾ। ਅਤੇ ਉਹਨੇ ਥੋੜ੍ਹਾ ਚਿਰ 'ਤੇ ਕੰਟਰੋਲ ਕੀਤਾ, ਅਤੇ ਬਾਅਦ 'ਚ ਅਕਸਰ ਲੋਕ ਇੱਕ ਦੂਜੇ ਨੂੰ ਪੁੱਛ ਲੈਂਦੇ ਵੀ ਤੁਸੀਂ ਕਿੱਥੇ ਜਾਣਾ ਜੀ, ਤੁਸੀਂ ਕਿੱਥੇ ਜਾਣਾ। ਯਾਤਰੂ ਆਪਸ 'ਚ ਗੱਲਾਂ ਕਰ ਲੈਂਦੇ ਨੇ। ਉਹ ਗੱਲਾਂ ਕਰਦਿਆਂ ਕਰਦਿਆਂ ਉਹ ਕਹਿੰਦਾ ਵੀ ਜਿਹਨੂੰ ਨਹੀਂ ਸੀ ਆਦਤ ਇੱਦਾਂ ਬੋਲਣ ਦੀ, ਉਹ ਕਹਿੰਦਾ ਮੇਰੇ ਅੰਦਰ ਨਾ ਇੱਕ ਮਾੜੀ ਆਦਤ ਹੈ। ਤੋ ਦੂਜਾ ਪੁੱਛਦਾ ਵੀ ਕਿਹੜੀ ਮਾੜੀ ਆਦਤ ਹੈ? ਉਹ ਕਹਿੰਦਾ ਮਾੜੀ ਆਦਤ ਮੈਨੂੰ ਇਹ ਹੈ ਵੀ ਜਦੋਂ ਮੈਂ ਗੱਲਾਂ ਕਰਨ ਲੱਗ ਪੈਂਦਾ ਨਾ ਕਿਸੇ ਦੇ ਨਾਲ, ਅਤੇ ਮੈਂ ਨਾ ਮੇਰੇ ਮੂੰਹ ਦੇ ਵਿੱਚੋਂ ਮੈਂ ਸ਼ਬਦ ਵਰਤਦਾ ਪਿਆ ਹਾਂ, ਮੈਨੂੰ ਮਾफ़ ਕਰਿਓ, ਇੰਨੀ ਖੁੱਲ੍ਹ ਨਹੀਂ ਹੁੰਦੀ ਇਹਨਾਂ ਲਫ਼ਜ਼ਾਂ ਦੀ ਇੱਥੇ, ਮੇਰੇ ਮੂੰਹ ਦੇ ਵਿੱਚੋਂ ਗਾਲਾਂ ਨਿਕਲਣ ਲੱਗ ਪੈਂਦੀਆਂ ਨੇ। ਅਤੇ ਤੁਸੀਂ ਇੱਕ ਕੰਮ ਕਰਿਓ, ਜਦੋਂ ਮੈਂ ਗਾਲ ਕੱਢਾਂਗਾ ਨਾ ਅਤੇ ਮੈਨੂੰ ਰੋਕ ਲਿਓ। ਇਹ ਕਹਿ ਕੌਣ ਰਿਹਾ ਹੈ? ਜਿਹਨੂੰ ਆਦਤ ਹੈ ਹੀ ਨਹੀਂ ਸੀ। ਅਤੇ ਕਿਹਾ ਕਿਹਨੂੰ ਜਾ ਰਿਹਾ ਸੀ? ਜਿਹਦੀ ਗੱਲ ਹੀ ਨਹੀਂ ਸੀ ਨਿਕਲਦੀ ਇਹਦੇ ਤੋਂ ਬਿਨਾਂ। ਹੁਣ ਜਦੋਂ ਉਹਨੂੰ ਕਹਿ ਦਿੱਤਾ, ਉਹਨੂੰ ਫੀਲ ਹੋਇਆ ਵੀ ਗੱਲ ਤਾਂ ਅਸਲ ਦੇ ਵਿੱਚ ਮੈਨੂੰ ਕਹਿ ਰਿਹਾ ਹੈ। ਫਿਰ ਮੈਨੂੰ ਕਹਿ ਰਿਹਾ ਵੀ ਮੇਰੀ ਆਦਤ ਕਿਹੜੇ ਪਾਸੇ ਗਈ ਹੈ। ਸਮਝਾ ਤਾਂ ਮੈਨੂੰ ਰਿਹਾ ਹੈ ਵੀ ਜਦੋਂ ਤੂੰ ਬੋਲੇਂਗਾ ਅਤੇ ਜਦੋਂ ਤੇਰੇ ਮੂੰਹ ਦੇ ਉੱਤੇ ਇਹ ਗੱਲ ਆਵੇਗੀ ਅਤੇ ਇਹਨੂੰ ਰੋਕਣਾ ਹੈ ਤੂੰ, ਵੀ ਕਿੱਦਾਂ ਰੋਕਣਾ। ਹੁਣ ਦੂਜੇ ਨੂੰ ਤਾਂ ਰੋਕੇਗਾ ਨਾ ਜੇ ਪਹਿਲਾਂ ਆਪਣੇ ਆਪ ਨੂੰ ਰੋਕੇਗਾ। ਤੇ ਇਸ ਕਰਕੇ ਕੋਸ਼ਿਸ਼ ਕਰੋ, ਮੈਂ ਫੇਰ ਕਹਿ ਰਿਹਾ ਹਾਂ, ਸਾਡੇ ਉੱਤੇ ਵੈਸਟ ਦੀ ਬੋਲੀ ਦਾ ਜਾਂ ਆਪਣੀ ਬੋਲੀ ਦਾ ਪ੍ਰਭਾਵ ਇੱਦਾਂ ਦਾ ਆ ਗਿਆ ਹੈ ਜਿਹਦੇ ਵਿੱਚ ਇਹ ਨਵੀਂ ਖੇਡ ਨਹੀਂ ਹੈ। ਆਦਤਾਂ ਹੁੰਦੀਆਂ ਨੇ ਵੀ ਬੰਦੇ ਚੰਗਾ ਬੋਲਦੇ ਨਹੀਂ ਨੇ, 10 ਦੇ ਵਿੱਚੋਂ 7 ਉਹਨਾਂ ਦੀਆਂ ਗੱਲਾਂ ਇਹੋ ਜਿਹੇ ਸ਼ਬਦਾਂ ਦੇ ਨਾਲ ਸ਼ੁਰੂ ਹੁੰਦੀਆਂ ਨੇ। ਇਹ ਬੇਕਾਰ ਗੱਲਾਂ ਨੇ। ਕੀ ਫਾਇਦਾ ਹੋ ਰਿਹਾ ਹੈ ਇਹਨਾਂ ਨੂੰ ਬੋਲ ਕੇ? ਆਪਣੇ ਆਪ ਨੂੰ ਫਿੱਕਾ ਕਰਦੇ ਪਏ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ, ਜੋ ਵੀ ਉਹ ਬੋਲਦੇ ਨੇ ਉਹਨਾਂ ਦੀ ਉਹੀ ਬੋਲ ਦੀ ਬੰਦਗੀ ਹੈ, ਉਹਨਾਂ ਦਾ ਬੋਲਿਆ ਬੋਲ ਬੰਦਗੀ ਹੈ। ਮਿੱਠਾ ਬੋਲਣਾ ਵੀ ਤਾਂ ਭਗਤੀ ਹੈ, ਹਰ ਕੋਈ ਨਹੀਂ ਬੋਲ ਸਕਦਾ। ਮਿੱਠਾ ਬੋਲਣਾ ਭਗਤੀ ਹੈ। ਜੋ ਬੋਲੇ ਸੋਈ ਜਪ ਜਪੈ। ਫਿਰ ਅਗਲੀ ਗੱਲ, ਗੁਰਮੁਖ ਅੱਖੀਂ ਦੇਖਣਾ, ਬ੍ਰਹਮ ਧਿਆਨ ਧਰੈ, ਆਪ ਆਪੈ। ਇੱਕ ਬੋਲਣਾ ਕੀ ਹੈ ਅਤੇ ਇੱਕ ਵੇਖਣਾ ਕੀ ਹੈ। ਜਿਹੜਾ ਸਾਧੂ ਹੈ ਉਹ ਤਾਂ ਘਰ-ਬਾਰ ਛੱਡ ਕੇ ਬੈਠਾ ਹੋਇਆ, ਨਾ ਉਹਦੇ ਲਾਗੇ ਕਿਸੇ ਨੇ ਆਉਣਾ, ਨਾ ਉਹਦੇ ਨਾਲ ਕਿਸੇ ਨੇ ਗੱਲਬਾਤ ਕਰਨੀ, ਉਹਨੇ ਕੀ ਵੇਖਣਾ ਅਤੇ ਕੀ ਸੁਣਨਾ। ਪਰ ਤੁਸੀਂ ਤੇ ਜਦੋਂ ਪਬਲਿਕ ਡੀਲਿੰਗ ਦੇ ਵਿੱਚ ਜਾਂਦੇ ਜੇ
ਤੇ ਵੇਖੋ ਤੁਹਾਨੂੰ 100 ਜਾਣੇ ਨਵੇਂ ਵੇਖਣ ਨੂੰ ਮਿਲਦੇ ਨੇ, 100 ਜਾਣੇ ਤੁਹਾਡੇ ਕੋਲ ਰੋਜ਼ ਦੇ ਨਵੇਂ ਆ ਰਹੇ ਨੇ, ਦੁਕਾਨਦਾਰੀ ਅਤੇ ਗ੍ਰਾਹਕ ਨਵਾਂ ਆਵੇਗਾ। ਉਸ ਵੇਲੇ ਅਸੀਂ ਕਿਸ ਰੂਪ ਦੇ ਵਿੱਚ ਕਿਸੇ ਨੂੰ ਵੇਖਦੇ ਪਏ ਹਾਂ? ਸਾਡੀਆਂ ਅੱਖਾਂ ਦੀ ਜਿਹੜੀ ਇੰਟੈਂਸ਼ਨ ਹੈ ਉਹ ਕੀ ਹੈ, ਕਿਹੜੇ ਪਾਸੇ ਤੋਂ ਚੱਲਦੀ ਪਈ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖਣਾ ਵੀ ਭਗਤੀ ਹੈ ਗੁਰਮੁਖਾਂ ਦੀ। ਗੁਰਮੁਖ ਅੱਖੀਂ ਦੇਖਣਾ, ਬ੍ਰਹਮ ਧਿਆਨ ਧਰੈ। ਪਹਿਲੀ ਗੱਲ ਤੇ ਇਕੱਲੇ ਹੁੰਦੇ ਨੇ ਤੇ ਵਾਹਿਗੁਰੂ ਦਾ ਧਿਆਨ ਧਰ ਲੈਂਦੇ ਨੇ, ਤੇ ਜੇਕਰ ਬਾਕੀਆਂ ਦੇ ਵਿੱਚ ਹੋਣ, ਸੰਗਤ ਦੇ ਵਿੱਚ ਹੋਣ, ਸੰਗਤ ਤੋਂ ਬਾਹਰ ਹੋਣ, ਉਹਨਾਂ ਨੂੰ ਉਦੋਂ ਵੀ ਮਾਲਕ ਦਾ ਜਿਹੜਾ ਹੈ ਉਹ ਧਿਆਨ ਹੁੰਦਾ ਹੈ। ਉਹ ਆਮ ਬੰਦਿਆਂ ਦੀ ਭੀੜ ਨਹੀਂ ਵੇਖਦੇ, ਉਹ ਮਾਲਕ ਨੂੰ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਵੇਖਦੇ ਨੇ। ਇਹ ਸਾਡੀ ਤੇ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਫਰਕ ਹੈ। ਬ੍ਰਹਮ ਧਿਆਨ ਧਰੈ ਆਪ ਆਪੈ, ਆਪਣੇ ਆਪੇ ਦਾ ਧਿਆਨ ਧਰਨਾ। ਆਪਣੇ ਆਪੇ ਦਾ ਧਿਆਨ ਧਰਨ ਦਾ ਮਤਲਬ ਹੈ ਜਿਹੜਾ ਅੰਦਰ ਮਾਲਕ ਬੈਠਾ ਹੋਇਆ ਹੈ, ਜਿੱਦਾਂ ਮੈਨੂੰ ਆਪਣਾ ਨਿੱਜ ਪਿਆਰਾ ਹੈ, ਸੈਲਫ ਪਿਆਰਾ ਹੈ ਨਾ, ਵੀ ਮੈਂ ਬੜਾ ਚੰਗਾ ਹਾਂ, ਮੇਰਾ ਹਰ ਥਾਂ ਦੇ ਉੱਤੇ ਪਾਸਾ ਉੱਤੇ ਹੋਵੇ, ਇੱਦਾਂ ਇਹਨਾਂ ਅੱਖਾਂ ਨੂੰ ਵੇਖਣ ਦੀ ਆਦਤ ਪਾਉਣੀ ਹੁੰਦੀ ਹੈ ਵੀ ਜਿੱਦਾਂ ਮੈਨੂੰ ਆਪਣਾ ਆਪਾ ਚੰਗਾ ਲੱਗਦਾ ਹੈ, ਮੈਨੂੰ ਬਾਕੀ ਵੀ ਇੱਦਾਂ ਦੇ ਚੰਗੇ ਲੱਗਣ। ਜਿੱਦਾਂ ਮੈਂ ਆਪਣੇ ਲਈ ਸੈਲਫਿਸ਼ ਹੋ ਜਾਂਦਾ ਹਾਂ, ਪਰ ਦੂਜਿਆਂ ਦਾ ਮੈਂ ਕੇਅਰ ਨਹੀਂ ਕਰਦਾ, ਕਿਉਂਕਿ ਮੈਨੂੰ ਦੂਜੇ ਦਿਸਦੇ ਹੀ ਨਹੀਂ ਨੇ, ਦੂਜੇ ਵੇਖਣੇ ਨੇ ਔਰ ਇੱਦਾਂ ਵੇਖਣੇ ਨੇ। ਜਿਹਨੂੰ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ, ਆਪਣੋ ਸਵਨ ਜੈਸੇ ਲਾਗਤ ਪਿਆਰੋ ਜੀ, ਜਾਨੀਏ ਵੈਸੇ ਹੀ ਪਿਆਰੋ ਸਕਲ ਸੰਸਾਰ ਕੋ। ਜਿੱਦਾਂ ਆਪਣਾ ਬੱਚਾ ਚੰਗਾ ਲੱਗਦਾ ਨਾ, ਦੂਜਿਆਂ ਦੇ ਬੱਚੇ ਨੂੰ ਵੀ ਇੱਦਾਂ ਵੇਖਣ ਦੀ ਕੋਸ਼ਿਸ਼ ਕਰੋ। ਵੇਖਣ ਦੀ ਦ੍ਰਿਸ਼ਟੀ ਦੇ ਵਿੱਚ ਫਰਕ ਹੈ। ਇਸ ਕਰਕੇ ਗੁਰਮੁਖ ਅੱਖੀਂ ਦੇਖਣਾ, ਬ੍ਰਹਮ ਧਿਆਨ ਧਰੈ ਆਪ ਆਪੈ। ਜਿੱਦਾਂ ਮੈਨੂੰ ਆਪਣੇ ਆਪ ਦੀ ਚਿੰਤਾ ਹੁੰਦੀ ਹੈ ਨਾ, ਕਿ ਮੇਰਾ ਪਾਸਾ ਉੱਤੇ ਹੋ ਜਾਵੇ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਇਹਨਾਂ ਅੱਖਾਂ ਦੇ ਨਾਲ ਹਰ ਥਾਂ ਤੇ ਮਾਲਕ ਨੂੰ ਵੇਖਦੇ ਨੇ ਤੇ ਸਾਰਿਆਂ ਦੇ ਨਾਲ ਬਰਾਬਰੀ ਦਾ ਜਿਹੜਾ ਹੈ ਉਹ ਸਲੂਕ ਕਰਦੇ ਨੇ। ਗੁਰਮੁਖ ਸੁਣਨਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਅਲਾਪੈ। ਸੁਣਦੇ ਕੀ ਨੇ? ਸੁਣਿਆ ਸਾਰਾ ਦਿਨ ਜਾ ਰਿਹਾ, ਤੇ ਇਹ ਸੁਭਾਵਿਕ ਜੀ ਗੱਲ ਜੀ, ਸੁਣਨਾ ਤੇ ਵੇਖਣਾ 80% ਸਾਡੇ ਅੰਦਰ ਉਹ ਚੀਜ਼ਾਂ ਨੇ ਜੋ ਅਸੀਂ ਸੁਣੀਆਂ ਨੇ ਤੇ ਜੋ ਵੇਖਦੇ ਹਾਂ। ਬਸ ਜੋ ਕਿਸੇ ਨੂੰ ਵੇਖ ਕੇ ਸਾਡੇ ਅੰਦਰ ਖਿਆਲ ਪੈਦਾ ਹੁੰਦੇ ਨੇ, ਕਿਸੇ ਨੂੰ ਸੁਣ ਕੇ ਸਾਡੇ ਅੰਦਰ ਖਿਆਲ ਪੈਦਾ ਹੁੰਦੇ ਨੇ, ਇਹੀ ਘੁੰਮਦਾ ਪਿਆ ਹੈ ਸਾਡੇ ਆਲੇ ਦੁਆਲੇ। ਲਗਭਗ 60 to 80% ਸਾਡੇ ਅੰਦਰ ਉਹੀ ਗੱਲਾਂ ਨੇ ਜੋ ਅਸੀਂ ਸੁਣੀਆਂ ਨੇ ਤੇ ਜੋ ਅਸੀਂ ਵੇਖੀਆਂ ਨੇ। ਇਸ ਕਰਕੇ ਸੁਣਨਾ ਬੜਾ ਮਾਇਨੇ ਰੱਖਦਾ ਹੈ। ਗੁਰਮੁਖ ਸੁਣਨਾ ਸੁਰਤ ਕਰ। ਗੁਰਮੁਖਾਂ ਦਾ ਜਿਹੜਾ ਸੁਣਨਾ ਹੈ ਨਾ, ਉਹ ਸੁਰਤ ਕਰਕੇ ਸੁਣਨਾ ਹੁੰਦਾ ਹੈ। ਆਪਾਂ ਕਈ ਵਾਰ ਇਸ ਗੱਲ ਨੂੰ ਵਿਚਾਰਦੇ ਪਏ ਹਾਂ, ਸਾਡਾ ਧਿਆਨ ਕਿੰਨਾ ਕੁ ਪੱਕਿਆ ਹੈ। ਇੱਕ ਬਾਹਰ ਦੀ ਪ੍ਰੈਕਟਿਸ ਹੈ, ਧਿਆਨ ਇੰਨਾ ਪੱਕਿਆ ਹੋਣਾ ਚਾਹੀਦਾ ਹੈ ਵੀ ਜਦੋਂ ਮੈਂ ਗਲੀ ਦੇ ਵਿੱਚੋਂ ਨਿਕਲਦਾ ਪਿਆ ਹਾਂ, ਬਾਜ਼ਾਰ ਦੇ ਵਿੱਚੋਂ ਨਿਕਲਦਾ ਪਿਆ ਹਾਂ, ਤੇ ਸੁੱਤਾ ਹੀ ਨਾ ਨਿਕਲ ਜਾਵਾਂ। ਮੈਨੂੰ ਆਲੇ ਦੁਆਲੇ ਦੀ ਖਬਰ ਪਤਾ ਹੋਣੀ ਚਾਹੀਦੀ ਵੀ ਮੇਰੇ ਆਲੇ ਦੁਆਲੇ ਹੋਇਆ ਕੀ ਹੈ। ਇਹ ਹੁੰਦੀ ਹੈ ਜਿਹਨੂੰ ਅੱਜ ਕੱਲ੍ਹ ਦੀ ਬੋਲੀ ਦੇ ਵਿੱਚ ਕਿਹਾ ਜਾ ਸਕਦਾ ਵੀ ਤੁਹਾਡੀ ਸੈਂਸ ਕਿੰਨੀ ਕੁ ਤਿਆਰ ਹੈ ਕੰਨਾਂ ਵਾਲੀ। ਵੀ ਕਿਤੇ ਇਹ ਤਾਂ ਨਹੀਂ ਵੀ ਤੁਹਾਡੇ ਲਾਗੇ ਕੋਈ ਗੱਲ ਕਰਦਾ ਪਿਆ, ਤੁਹਾਨੂੰ ਪਤਾ ਹੀ ਨਹੀਂ ਲੱਗਾ, ਬੰਦਾ ਸੁੱਤਾ ਹੀ ਨਿਕਲ ਗਿਆ। ਸੌਂ ਕੇ ਨਹੀਂ ਨਿਕਲਣਾ ਬਾਜ਼ਾਰ ਦੇ ਵਿੱਚੋਂ, ਕਿਤੇੋਂ ਵੀ ਨਹੀਂ, ਕਿਸੇ ਦੇ ਨਾਲ ਵੀ ਸੌਂ ਕੇ ਕੋਈ ਨਿਕਲ ਜਾਵੇ। ਦੂਜਾ ਪਾਸਾ ਫਿਰ ਸੁਰਤ ਨੂੰ ਪਕਾਉਣਾ ਹੁੰਦਾ ਹੈ ਵੀ ਮੈਂ ਸੁਣ ਕਿਹੜੀਆਂ ਗੱਲਾਂ ਰਿਹਾ ਹਾਂ। ਇੱਕ ਤੇ ਉਹ ਗੱਲਾਂ ਨੇ, ਮੰਨ ਲਓ ਪੱਖਾ ਚੱਲ ਗਿਆ, ਪੱਖੇ ਦੀ ਆਵਾਜ਼ ਵੀ ਤੇ ਕੰਨ ਦੇ ਵਿੱਚ ਪੈਂਦੀ ਰਹੇਗੀ, ਪਰ ਇਹਦਾ ਮਜ਼ਾ ਕੀ ਆ ਰਿਹਾ, ਤੇ ਸਿਰ ਦਰਦ ਲਵਾ ਦੇਵੇਗਾ। ਹੁਣ ਵੇਖੋ ਨਾ, ਸਰਦੀਆਂ ਆ ਗਈਆਂ ਨੇ, ਇੱਕ ਪੱਖਾ ਚੱਲੇਗਾ ਤੇ ਡਿਸਟਰਬ ਕਿੰਨਾ ਕਰੇਗਾ। ਗਰਮੀਆਂ ਦੇ ਵਿੱਚ ਚੱਲਦੇ ਰਹਿੰਦੇ, ਕਿਉਂਕਿ ਸਾਰੇ ਹੀ ਇਹੋ ਹਾਲ ਹੋਏ ਪੈਂਦੇ। ਮੈਂ ਸੁਣਦਾ ਕੀ ਪਿਆ ਹਾਂ? ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜੋ ਸੁਣਾਂਗੇ ਉਹੀ ਜੀਵਨ 'ਚ ਆ ਜਾਵੇਗਾ। ਬੱਚੇ ਆਉਂਦੇ ਨੇ, ਨਮਸਕਾਰ ਹੈ, ਆ ਜਾਂਦੇ ਨੇ, ਪਰ ਮੇਰੇ ਲਈ ਤਾਂ ਨਹੀਂ ਆਉਂਦੇ, ਆਪਣੇ ਲਈ ਆਉਂਦੇ ਨੇ। ਪਰ ਸੁਭਾਵਿਕ ਜੀ ਗੱਲ ਹੈ, ਮੈਂ ਬਹੁਤ ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ ਵੀ 2 ਘੰਟੇ 3 ਘੰਟੇ 4 ਘੰਟੇ ਵੀ, ਇਹ ਵੀ ਥੋੜ੍ਹੇ ਨੇ ਵੈਸੇ, ਕੰਨਾਂ 'ਚ ਹੈੱਡਫੋਨ ਲਾ ਕੇ ਤੇ ਜਦੋਂ ਗੁਰਦੁਆਰੇ ਆਉਣਗੇ ਤੇ ਫਿਰ ਉਹ ਕੰਨ ਦੇ ਵਿੱਚ ਵੱਜੇਗਾ ਕੀ? ਸ਼ਬਦ ਤੇ ਵੱਜੇਗਾ ਨਹੀਂ। ਫਿਰ ਜੋ ਪਿੱਛੇ ਸੁਣ ਕੇ ਆ ਰਹੇ ਹਾਂ, 2 ਮਿੰਟ ਹੋਲਡ ਕਰਿਓ, ਮੈਂ ਗੁਰਦੁਆਰੇ ਮੱਥਾ ਟੇਕ ਕੇ ਤੇ ਫਿਰ ਗੱਲ ਸ਼ੁਰੂ ਕਰ ਲੈਣਾ, ਤਾਂ ਫਿਰ ਉਹ ਕੀ ਹੋਵੇਗਾ? ਉਹੀ ਗੱਲ ਮੁੜੇਗੀ। ਔਰ ਤੁਸੀਂ ਵੇਖ ਲੈਣਾ, ਆਪਾਂ ਕਿਸੇ ਨੂੰ ਪਰਸਨਲੀ ਨਹੀਂ ਕਹਿੰਦੇ, ਪਰ ਹੈ ਹਾਲਤ ਤੇ ਸਾਡੇ ਇਹੋ ਹੀ ਨੇ ਨਾ। ਜਿੰਨਾ ਮਾਲਕ ਨੇ ਸਾਨੂੰ ਸਮਾਂ ਦੇ ਦਿੱਤਾ ਹੈ ਮਿਊਜ਼ਿਕ ਸੁਣਨ ਦਾ, ਚੰਗੀਆਂ ਗੱਲਾਂ ਸੁਣਨ ਦਾ, ਜੇ ਬੰਦਾ ਸੁਣੇ ਤਾਂ ਬੰਦੇ ਦਾ ਜੀਵਨ ਕਿਤੇ ਚਲਾ ਜਾਵੇ, ਪਰ ਚੰਗੀਆਂ ਸੁਣੀਏ ਕਿਉਂ? ਸੁਣਨਾ ਤਾਂ ਸਾਰਾ ਦਿਨ ਉਹ ਹੈ। ਤੁਸੀਂ ਵੇਖ ਲਓ ਕੀ ਕੀ ਹਾਲ ਹੋਏ ਪਏ ਨੇ। ਮੈਂ ਇਸ ਕਰਕੇ ਬੇਨਤੀ ਕਰਦਾ ਹਾਂ, ਸਾਡਾ ਸੁਣਨਾ ਬੜਾ ਮਾਇਨੇ ਰੱਖਦਾ ਹੈ। ਟੀਵੀ 'ਤੇ ਕੀ ਸੁਣਦੇ ਪਏ ਹਾਂ, ਫੋਨ 'ਤੇ ਕੀ ਸੁਣਦੇ ਪਏ ਹਾਂ, ਜੋ ਸੁਣਾਂਗੇ ਉਹੋ ਜਿਹੇ ਖਿਆਲ ਹੋ ਜਾਣਗੇ। ਗੁਰਮੁਖ ਸੁਣਨਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਅਲਾਪੈ।
ਜਿੱਦਾਂ 5 ਤਰੀਕਿਆਂ ਦੇ ਮਿਊਜ਼ਿਕ ਦਾ ਆਨੰਦ ਲੋਕਾਂ ਨੂੰ ਆਉਂਦਾ ਹੈ ਨਾ, ਗੁਰੂ ਦੇ ਸ਼ਬਦ ਨੂੰ ਅਲਾਪ ਕੇ, ਗੁਰੂ ਦੇ ਸ਼ਬਦ ਨੂੰ ਬੋਲ ਕੇ ਉਹਨਾਂ ਨੂੰ ਇੱਦਾਂ ਆਨੰਦ ਆਉਂਦਾ ਹੈ। ਬੜੇ ਬੱਚੇ ਨੇ ਕੀਰਤਨ ਸੁਣਦੇ ਰਹਿੰਦੇ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਜਾਣੇ ਦੂਜੇ ਪਾਸੇ ਤੁਰੇ ਨੇ, ਬੜੇ ਬੰਦੇ ਨੇ। ਸੁਣਨਾ ਹੈ ਤੇ ਚੰਗਾ ਸੁਣੋ, ਬਸ ਮੇਨ ਗੱਲ ਇਹ ਹੈ। ਫਜ਼ੂਲ ਦੀਆਂ ਗੱਲਾਂ ਸੁਣ ਕੇ ਨਾ ਤਾਂ ਸਮਾਂ ਜ਼ਾਇਆ ਕੀਤਾ ਜਾਵੇ ਤੇ ਨਾ ਉਹ ਗੱਲਾਂ ਸੁਣੀਆਂ ਜਾਣ ਜਿਨ੍ਹਾਂ ਦਾ, ਜੇਕਰ ਮੈਨੂੰ ਕੋਈ ਪੁੱਛੇ ਵੀ ਭਾਈ ਕੰਨ 'ਚ 4 ਘੰਟੇ ਹੋ ਗਏ ਹੈੱਡਫੋਨ ਲਾਏ, ਤੈਨੂੰ ਕੀ ਮਿਲਿਆ ਇਹਦੇ ਵਿੱਚ, ਤੇ ਬੱਚਾ ਕਹੇ ਮੈਨੂੰ ਤਾਂ ਬਸ ਬੰਦੂਕ ਦੀਆਂ ਗੋਲੀਆਂ ਹੀ ਸੁਣੀਆਂ ਨੇ, ਹੋਰ ਤਾਂ ਮੈਨੂੰ ਕੁਝ ਸੁਣਿਆ ਹੀ ਨਹੀਂ। ਔਰ ਵੇਖ ਲਓ ਕਿੱਡਾ ਖਤਰਨਾਕ ਜਿਹੜਾ ਹੈ ਨਾ ਉਹ ਸ਼ੌਂਕ ਹੈ। ਅਗਲੀ ਜਿਹੜੀ ਪੀੜ੍ਹੀ ਆ ਰਹੀ ਹੈ ਖਾਸ ਕਰਕੇ ਮੋਬਾਈਲ 'ਤੇ ਗੇਮ ਖੇਡਦੇ ਪਏ ਨੇ, ਦੂਜੇ ਬੰਦੇ ਦਾ ਭਾਵੇਂ ਸਿਰ ਦਰਦ ਹੋਣ ਲੱਗ ਪਏ, ਪਰ ਉਹਨਾਂ ਨੂੰ ਇਸੇ ਗੱਲ ਦੇ ਵਿੱਚ ਮਜ਼ਾ ਵੀ ਜਦੋਂ ਮੈਂ ਸਕਰੀਨ ਦੇ ਉੱਤੇ ਉਹ ਆਪਣਾ ਅੰਗੂਠਾ ਲਾਉਣਾ ਨਾ, ਪ੍ਰੈਸ ਕਰਦਾ ਤੇ ਗੋਲੀ ਦੀ ਆਵਾਜ਼ ਆਉਂਦੀ ਹੈ। ਕਿੰਨਾ ਟੇਸਟ ਹੈ ਉਹਨਾਂ ਨੂੰ ਇੱਦਾਂ ਦੇ ਸਾਊਂਡ ਸੁਣਨ ਦਾ, ਤੁਸੀਂ ਵੇਖਿਓ। ਹਾਲਾਂਕਿ ਓਰੀਜਨਲ ਸਾਊਂਡ ਸੁਣਾਂਗੇ ਤੇ ਕੰਨ ਪੀੜ ਹੋਣ ਲੱਗ ਪੈਂਦੇ ਨੇ, ਜ਼ਿਆਦਾ ਚਿਰ ਸੁਣਿਆ ਨਹੀਂ ਜਾ ਸਕਦਾ, ਪਰ ਉਹਨਾਂ ਨੂੰ ਵੇਖੋ ਕਿੰਨਾ ਮਜ਼ਾ ਆਉਂਦਾ। ਜੇ ਕੋਈ ਵੀ ਆਵਾਜ਼ ਬੰਦ ਕਰਕੇ ਖੇਡਦਾ, ਨਹੀਂ ਖੇਡ ਪਾਉਂਦੇ। ਕਿੰਨਿਆਂ ਦੇ ਨਾਲ ਇੱਦਾਂ ਹੋ ਜਾਂਦਾ। ਕੰਨਾਂ ਨੂੰ ਆਦਤ ਪੈ ਗਈ ਹੈ ਇਹ ਸਾਊਂਡ ਸੁਣਨ ਦੀ, ਜਿਹੜੇ ਨਹੀਂ ਸੁਣ ਪਾਉਂਦੇ ਉਹ ਨਹੀਂ ਸੁਣ ਪਾਉਣਗੇ। ਕੀ ਸੁਣਦੇ ਪਏ ਹਾਂ ਕੰਨਾਂ ਦੇ ਨਾਲ ਸਾਰਾ ਦਿਨ, ਇਹ ਬੜੀ ਮਾਇਨੇ ਰੱਖਦੀ ਹੈ ਚੀਜ਼। ਗੁਰਮੁਖ ਸੁਣਨਾ ਸੁਰਤ ਕਰ, ਪੰਚ ਸ਼ਬਦ ਗੁਰ ਸ਼ਬਦ ਅਲਾਪੈ। ਫਿਰ ਗੱਲ ਤੇ ਫਿਰ ਤਿੰਨਾਂ ਚੀਜ਼ਾਂ ਦੇ ਉੱਤੇ ਆ ਗਈ ਵੀ ਬੋਲਦੇ ਕੀ ਹਾਂ, ਵੇਖਦੇ ਕੀ ਹਾਂ ਤੇ ਸੁਣਦੇ ਕੀ। ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਗਈ। ਬੋਲਣਾ ਮਿੱਠਾ ਹੈ, ਸੁਣਨਾ ਜਿਹੜਾ ਹੈ ਉਹ ਚੰਗਾ ਹੈ, ਵੇਖਣਾ ਚੰਗਾ ਹੈ। ਗੁਰਮੁਖ ਕਿਰਤ ਕਮਾਵਣੀ, ਨਮਸਕਾਰ ਡੰਡੌਤ ਸੰਜਾਪੈ। ਗੁਰਸਿੱਖ ਕਿਰਤੀ ਨੇ, ਵਿਹਲੇ ਨਹੀਂ। ਕਿਰਤ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਜ਼ਰੂਰੀ ਨਹੀਂ ਵੀ ਕਿਰਤ ਦਾ ਮਤਲਬ ਇਹ ਹੈ ਵੀ ਜਿਹਨੂੰ ਪਸੀਨਾ ਆਇਆ ਹੈ ਤੇ ਉਹੀ ਕਿਰਤੀ ਹੈ। ਜਿਹੜਾ ਬੰਦਾ 8 ਘੰਟੇ ਆਫਿਸ ਦੇ ਵਿੱਚ ਬੈਠਾ ਹੈ ਉਹਦੀ ਕਿਰਤ ਹੈ ਉਹ। ਹੁਣ ਆਫਿਸ ਦੇ ਵਿੱਚ ਏਸੀ ਵੀ ਹੋ ਸਕਦਾ ਹੈ, ਉਹਨੂੰ ਪਸੀਨਾ ਕਿੱਥੇ ਆਵੇਗਾ। ਕਿਰਤ ਹੈ ਆਪਣੀ, ਸਟੂਡੈਂਟ ਦੀ ਆਪਣੀ ਕਿਰਤ ਹੈ, ਉਹਦੀ ਏਜ ਦੇ ਹਿਸਾਬ ਦੇ ਨਾਲ ਕਿਰਤ ਹੈ, ਬਜ਼ੁਰਗ ਦੀ ਆਪਣੀ ਕਿਰਤ ਹੈ। ਪਰ ਵਿਹਲਾ ਨਹੀਂ ਹੈ ਕੋਈ ਸਿੱਖ, ਵਿਹਲਾ ਨਹੀਂ ਹੋਣਾ ਚਾਹੀਦਾ ਵੀ ਅਖਬਾਰ ਇੱਕੋ ਹੀ ਹੈ ਪਰ ਉਹਨੂੰ 4 ਵਾਰ ਪੜ੍ਹ ਲਿਆ ਹੈ। ਕਿਉਂ? ਕੰਮ ਹੀ ਨਹੀਂ ਹੈ ਕੋਈ ਕਰਨ ਦੇ ਲਈ। ਪਹਿਲਾਂ ਫੋਟੋਆਂ ਵੇਖੀਆਂ, ਫਿਰ ਖਬਰਾਂ ਪੜ੍ਹੀਆਂ, ਫਿਰ ਹੁਣ ਦੁਬਾਰਾ ਫੋਟੋਆਂ ਵੇਖ ਲਈਏ, ਫਿਰ ਦੁਬਾਰਾ ਖਬਰ ਪੜ੍ਹ ਲਈਏ। ਵੇਲ ਹੀ ਇੰਨਾ ਹੈ ਜ਼ਿੰਦਗੀ ਦੇ ਵਿੱਚ ਵੀ ਟਾਈਮ ਹੀ ਬਹੁਤ ਹੈ। ਇਹੋ ਜਿਹੇ ਬੰਦੇ ਵੀ ਅਸੀਂ ਇੱਥੇ ਸੁਣਦੇ ਹਾਂ ਜਿਨ੍ਹਾਂ ਦੇ ਕੋਲ ਟਾਈਮ ਹੀ ਨਹੀਂ ਹੈ, ਰੋਟੀ ਵਿੱਚੇ ਛੱਡ ਕੇ ਜਾਣਾ ਪੈਂਦਾ। ਤੇ ਇਹੋ ਜਿਹੇ ਵੀ ਆਏ ਨੇ ਜਿਹੜੇ ਕਹਿੰਦੇ ਨੇ ਲੋਕਾਂ ਨੂੰ ਪਤਾ ਨਹੀਂ ਕਾਹਦੇ ਕੰਮ ਨੇ, ਸਾਡੇ ਕੋਲ ਤੇ ਵੇਲ ਹੀ ਵੇਲ ਹੈ। ਔਰ ਵੇਖ ਲਓ ਕੀ ਕਰਦੇ ਰਹਿੰਦੇ ਨੇ ਸਾਰਾ ਦਿਨ, ਇੱਧਰੋਂ ਉੱਠ ਕੇ ਉੱਥੇ ਬੈਠ ਗਏ, ਉੱਥੋਂ ਉੱਠ ਕੇ ਇੱਥੇ ਬੈਠ ਗਏ। ਕੀ ਕੀਤਾ ਜ਼ਿੰਦਗੀ ਦੇ ਵਿੱਚ? ਸਿੱਖ ਵਿਹਲਾ ਨਹੀਂ ਹੈ। ਕਿਸੇ ਵੀ ਏਜ ਦੇ ਵਿੱਚ ਹੋਵੋ, ਵਿਹਲੇ ਨਾ ਰੱਖੋ ਆਪਣੇ ਆਪ ਨੂੰ। ਕਿਰਪਾ ਕਰੇ ਪੜ੍ਹਨ ਦੀ ਆਦਤ ਪਾ ਲਓ, ਪੜ੍ਹਦੇ ਹਾਂ ਸੇਵਾ ਕਰਨ ਦੀ ਆਦਤ ਪਾ ਲਓ, ਘਰ ਦੇ ਵਿੱਚ ਹੀ ਕੋਈ ਨਾ ਕੋਈ ਕੰਮ ਕਰਦੇ ਰਹੋ। ਵਿਹਲੇ ਹੋਵਾਂਗੇ ਤੇ ਹੌਲੀ ਹੌਲੀ ਬਿਮਾਰੀਆਂ ਨੂੰ ਸੱਦਦੇ ਰਵਾਂਗੇ, ਮਨ ਟੈਨਸ਼ਨਾਂ ਨੂੰ ਸੋਚੇਗਾ। ਗੁਰਮੁਖ ਕਿਰਤ ਕਮਾਵਣੀ, ਸਿੱਖ ਕਿਰਤੀ ਹੈ, ਕਿਰਤ ਕਮਾਉਣ ਵਾਲਾ ਹੈ ਗੁਰਮੁਖ। ਨਮਸਕਾਰ ਡੰਡੌਤ ਸੰਜਾਪੈ, ਨਮਸਕਾਰ ਕਰਦਾ ਹੈ। ਉਹਦਾ ਇੱਕ ਕਿਰਤ ਇਹ ਵੀ ਹੈ, ਗੁਰਦੁਆਰੇ ਆ ਕੇ ਮੱਥਾ ਟੇਕਣਾ, ਇਹ ਵੀ ਇੱਕ ਕਿਰਤ ਦਾ ਹਿੱਸਾ ਹੈ, ਭਾਵੇਂ ਕਿ ਧਰਮ ਦੇ ਅਨੁਸਾਰ ਹੈ। ਡੰਡੌਤ ਸੰਜਾਪੈ, ਡੰਡੌਤ ਦਾ ਮਤਲਬ ਹੈ ਡੰਡੇ ਵੱਤ ਹੋ ਕੇ, ਮਤਲਬ ਆਪਣੇ ਅੰਦਰੋਂ ਛਲ ਕਪਟ ਕੱਢ ਕੇ ਤੇ ਇਸ ਅਸਥਾਨ ਦੇ ਉੱਤੇ ਆ ਕੇ ਝੁਕਣਾ। ਗੁਰਮੁਖ ਮਾਰਗ ਚੱਲਣਾ, ਪਰ ਦੱਖਣਾ ਪੂਰਨ ਪ੍ਰਤਾਪ ਹੈ। ਗੁਰਮੁਖਾਂ ਦਾ ਜਿਹੜਾ ਮਾਰਗ ਹੈ ਉਹ ਕਿਹੜਾ ਹੈ, ਕਿਸ ਰਸਤੇ ਦੇ ਉੱਤੇ ਚੱਲਦੇ ਨੇ? ਪਰ ਦੱਖਣਾ ਪੂਰਨ ਪ੍ਰਤਾਪ ਹੈ। ਪਰ ਦੱਖਣਾ ਦਾ ਮਤਲਬ ਹੋ ਗਿਆ ਨਾ ਜਿੱਦਾਂ ਪਰਿਕਰਮਾ ਕਰਕੇ ਆ ਕੇ ਤੇ ਵਾਪਸ ਅਸੀਂ ਇੱਥੇ ਬੈਠ ਜਾਂਦੇ ਹਾਂ। ਗੁਰਮੁਖ ਕਿਹਦੀ ਪਰਿਕਰਮਾ ਕਰਦੇ ਨੇ? ਪੂਰੇ ਸਤਿਗੁਰੂ ਦੀ ਪਰਿਕਰਮਾ ਕਰਦੇ ਨੇ। ਉਹਦਾ ਕਾਰਨ ਇਹ ਹੁੰਦਾ ਵੀ ਇਹ ਸਾਡਾ ਸੈਂਟਰ ਪੁਆਇੰਟ ਹੈ, ਅਸੀਂ ਜਿੱਥੇ ਵੀ ਜਾਵਾਂਗੇ ਇਹਦੇ ਅਧੀਨ ਹੋ ਕੇ ਜਾਵਾਂਗੇ, ਇਹਦੇ ਅਨੁਸਾਰ ਚੱਲਦੇ ਹਾਂ। ਇਸ ਕਰਕੇ ਇਹਨੂੰ ਪ੍ਰਦਖਣਾ ਕੀਤੀ ਜਾਂਦੀ ਹੈ, ਪਰਿਕਰਮਾ ਕੀਤੀ ਜਾਂਦੀ ਹੈ। ਪੂਰਨ ਪ੍ਰਤਾਪ ਵਾਲੇ ਸਤਿਗੁਰੂ ਦੀ ਗੁਰਮੁਖ ਪ੍ਰਦਖਣਾ ਕਰਦੇ ਨੇ, ਕਿਸੇ ਹੋਰ ਦੇ ਆਲੇ ਦੁਆਲੇ ਨਹੀਂ ਘੁੰਮਦੇ ਫਿਰਦੇ, ਉਹਨਾਂ ਦਾ ਘੁੰਮਣਾ ਗੁਰੂ ਦੇ ਦੁਆਲੇ ਹੈ। ਗੁਰਮੁਖ ਖਾਣਾ ਪਹਿਨਣਾ, ਜੋਗ ਭੋਗ ਸੰਜੋਗ ਪਛਾਪੈ। ਜਿੱਦਾਂ ਕਈ ਕਹਿ ਦਿੰਦੇ ਨਾ ਵੀ ਧਰਮ ਦੇ ਵਿੱਚ ਤੇ ਖਾਣ ਦੀਆਂ ਲੜਾਈਆਂ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਉਹਨੂੰ ਖਾਣ ਦੀ ਵੀ ਸੈਂਸ ਹੈ ਵੀ ਕੀ ਖਾਣਾ ਹੈ। ਸਾਡੇ ਸਵਾਲ ਹੀ ਖਾਣੇ ਦੇ ਉੱਤੇ ਮੁੱਕਦੇ ਪਏ ਨੇ। ਗੁਰਮੁਖ ਨੂੰ ਇਸ ਗੱਲ ਦਾ ਪਤਾ ਹੈ ਖਾਣਾ ਕੀ ਹੈ, ਪਹਿਨਣਾ ਕੀ ਹੈ, ਤੇ ਉਹਨੂੰ ਇਸ ਗੱਲ ਦਾ ਪਤਾ ਹੈ ਵੀ ਜੋਗ ਭੋਗ ਸੰਜੋਗ ਮਤਲਬ ਕੀ ਹੈ। ਸੁਸਾਇਟੀ ਦੇ ਵਿੱਚ ਵਿਚਰਦਿਆਂ ਕਿਹੜੀਆਂ ਗੱਲਾਂ ਉਹਦੇ ਲਈ ਚੰਗੀਆਂ ਨੇ, ਕਿਹੜੀਆਂ ਗੱਲਾਂ ਬੁਰੀਆਂ ਨੇ, ਉਹਨੂੰ ਹਰ ਇੱਕ ਗੱਲ ਦੀ ਸੈਂਸ ਪਤਾ ਹੈ, ਸਮਝ ਪਤਾ ਹੈ। ਲਾਈਲਾ ਹੋ ਕੇ ਨਹੀਂ ਤੁਰਦਾ ਵੀ ਆਹ ਟਰੈਂਡ ਚੱਲ ਪਿਆ ਤੇ ਚਲੋ ਜੀ ਮਗਰੇ ਸਾਰੇ ਡਿੱਗ ਪਏ, ਪੜ੍ਹੇ ਲਿਖੇ ਤੇ ਅਨਪੜ੍ਹ ਹੋਏ ਸਾਰੇ ਡਿੱਗ ਪਏ ਉਹਦੇ ਵਿੱਚ। ਉਹ ਸ਼ਹਿਰਾਂ 'ਚ ਖਾਸ ਕਰਕੇ ਹੁੰਦਾ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੂੰ ਖਾਣ ਦਾ,
ਪਹਿਨਣ ਦਾ, ਵਿਚਰਨ ਦਾ, ਸੁਸਾਇਟੀ ਦੇ ਵਿੱਚ ਗੱਲ ਕਿੱਦਾਂ ਕਰਨੀ ਹੈ। ਜਿਹਨੂੰ ਇੱਦਾਂ ਕਹਿ ਲਈਏ ਵੀ ਉਹਦੀ ਪਰਸਨੈਲਿਟੀ ਇਸ ਤਰੀਕੇ ਦੀ ਹੈ, ਹਰ ਚੀਜ਼ ਦੀ ਉਹਨੂੰ ਸਮਝ ਹੋਵੇ। ਇਹ ਨਹੀਂ ਵੀ ਧਾਰਮਿਕ ਪਾਸਾ ਇੰਨਾ ਉੱਤੇ ਚਲਾ ਗਿਆ ਹੈ ਤੇ ਸੋ ਲੋਕਾਂ ਦੇ ਨਾਲ ਗੱਲ ਹੀ ਨਹੀਂ ਕਰਨੀ ਆਉਂਦੀ, ਤੇ ਲੋਕਾਂ ਦੇ ਨਾਲ ਗੱਲ ਇੰਨੀ ਕਰਨੀ ਆਉਂਦੀ ਹੈ ਤੇ ਧਰਮ ਦੇ ਬਾਰੇ ਬਿਲਕੁਲ ਸਮਝ ਨਹੀਂ। ਇੱਦਾਂ ਦੀ ਨਹੀਂ, ਹਰ ਚੀਜ਼ ਦੇ ਵਿੱਚ ਆਪਣੇ ਆਪ ਨੂੰ ਪੂਰਾ ਰੱਖੋ, ਹਰ ਚੀਜ਼ ਦੇ ਵਿੱਚ ਆਪਣੀ ਸਮਝ ਵਧਾ ਕੇ ਚੱਲੀਏ। ਇਸ ਕਰਕੇ ਜੋਗ ਭੋਗ ਸੰਜੋਗ ਪਛਾਪੈ, ਗੁਰਮੁਖ ਸਵਣ ਸਮਾਧ ਹੈ, ਆਪੇ ਆਪ ਨਾ ਥਾਪ ਉਥਾਪੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਦੀ ਸੌਣਾ ਵੀ ਸਮਾਧੀ ਹੈ, ਉਹਨਾਂ ਦਾ ਸੌਣਾ ਵੀ ਅਵੇਸਲੇਪਨ ਦੇ ਵਿੱਚ ਨਹੀਂ ਹੈ। ਬਹੁਤਿਆਂ ਦਾ ਜਾਗਣਾ ਵੀ ਸੁੱਤਿਆਂ ਦੇ ਵਿੱਚ ਹੈ। ਜਾਗਦੇ ਨੇ ਪਰ ਸੁੱਤੇ ਤੁਰੇ ਫਿਰਦੇ ਨੇ ਦੁਨੀਆ ਦੇ ਵਿੱਚ। ਮੈਂ ਬੇਨਤੀ ਕੀਤੀ ਹੈ, ਮਾਰਕੀਟ ਦੇ ਵਿੱਚ ਤੁਰੇ ਜਾ ਰਹੇ, ਉਹਨੂੰ ਪਤਾ ਹੀ ਨਹੀਂ ਲੱਗੇ ਕੀ ਹੋ ਗਿਆ, ਕਿਸੇ ਨੇ ਕੀ ਗੱਲ ਕੀਤੀ। ਤੁਸੀਂ ਬਾਜ਼ਾਰ ਦੇ ਵਿੱਚੋਂ ਨਿਕਲ ਕੇ ਆਏ ਜੀ, ਗੱਲ ਸੁਣੀ ਕੋਈ ਨਹੀਂ, ਤੇ ਮੈਂ ਤਾਂ ਸੁਣੀ ਨਹੀਂ, ਮੈਂ ਤਾਂ ਧਿਆਨ ਹੀ ਨਹੀਂ ਕੀਤਾ। ਕਿਉਂ? ਕਿਉਂਕਿ ਕੰਨ ਸੁੱਤੇ ਪਏ ਸੀ। ਇੱਦਾਂ ਨਹੀਂ ਵਿਚਰਨਾ ਹੈ। ਸੌਣਾ ਵੀ ਇਸ ਤਰੀਕੇ ਦੇ ਨਾਲ ਹੈ ਉਹਨਾਂ ਦਾ ਵੀ ਸੌਣ ਦੇ ਵਿੱਚ ਵੀ ਜਾਗਦੇ ਪਏ ਨੇ, ਸੁੱਤਿਆਂ ਵੀ ਉਹਨਾਂ ਦੇ ਖਿਆਲ ਜਾਗਣ ਵਾਲੇ ਨੇ। ਗੁਰਮੁਖ ਸਵਣ ਸਮਾਧ ਹੈ, ਆਪੇ ਆਪ ਨਾ ਥਾਪ ਉਥਾਪੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਪਣੇ ਆਪ ਦੇ ਵਿੱਚ ਇੰਨੇ ਜ਼ਿਆਦਾ ਉਹ ਸਟੇਬਲ ਨੇ ਵੀ ਉਹਨਾਂ ਦੇ ਖਿਆਲ ਇੱਧਰ ਉੱਧਰ ਨਹੀਂ ਹੁੰਦੇ। ਸੁੱਤਿਆਂ ਵੀ ਉਹਨਾਂ ਦੇ ਜਿਹੜੇ ਧਿਆਨ ਨੇ, ਜਿਹਨੂੰ ਬਾਬਾ ਕਬੀਰ ਕਹਿੰਦੇ ਨੇ, ਕਬੀਰ ਸੁਪਨੈ ਹੂੰ ਬਰੜਾਏ ਕਹਿ ਜਿਹ ਮੁਖ ਨਿਕਸੈ ਰਾਮ, ਤਾਕੇ ਪਾਕੀ ਪਨ ਹੀ ਮੇਰੇ ਤਨ ਕੋ ਚਾਮ। ਉਹਨਾਂ ਦਾ ਸੌਣਾ ਵੀ ਸਮਾਧੀ ਹੈ, ਉਹਨਾਂ ਦਾ ਸੌ ਜਾਣਾ ਵੀ ਸਮਾਧੀ ਹੈ। ਜੋ ਸੁੱਤੇ ਹੋਏ ਨੇ ਤਾਂ ਸੁੱਤੇ ਹੋਏ ਵੀ ਸਮਾਧੀ ਦੇ ਵਿੱਚ ਨੇ। ਆਪੇ ਆਪ ਨਾ ਥਾਪ ਉਥਾਪੈ, ਘਰ ਬਾਰੀ ਜੀਵਨ ਮੁਕਤ। ਜਿਹੜੇ ਇਹੋ ਜਿਹੇ ਘਰ ਬਾਰੀ ਸਿੱਖ ਨੇ, ਇਹੋ ਜਿਹੇ ਘਰਾਂ 'ਚ ਰਹਿਣ ਵਾਲੇ ਜਿਹੜੇ ਸਿੱਖ ਨੇ ਨਾ, ਇਹ ਜੀਵਨ ਮੁਕਤ ਨੇ, ਜਿਉਂਦੇ ਜੀ ਮੁਕਤ ਨੇ। ਇਹੋ ਜਿਹੀ ਜ਼ਿੰਦਗੀ ਜੀਣੀ ਹੈ। ਬੋਲੀ ਚੰਗੀ ਹੋਵੇ, ਵੇਖੀਏ ਚੰਗਾ, ਸੁਣੀਏ ਚੰਗਾ, ਕਿਰਤ ਕਰੀਏ, ਵਿਹਲੇ ਨਾ ਰਹੀਏ, ਤੇ ਫਿਰ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰੀਏ, ਤੇ ਫਿਰ ਸਾਡਾ ਖਾਣਾ ਪਹਿਨਣਾ ਚੰਗਾ ਹੋਵੇ, ਸਾਨੂੰ ਵਿਚਰਨਾ ਚੰਗਾ ਆਉਂਦਾ ਹੋਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹੋ ਜਿਹੇ ਘਰ-ਬਾਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਸਿੱਖ ਨੇ ਨਾ, ਉਹ ਜੀਵਨ ਮੁਕਤ ਨੇ। ਘਰ ਬਾਰੀ ਜੀਵਨ ਮੁਕਤ। ਲਹਿਰ ਨਹੀਂ ਭਵ ਲੋਭ ਵਿਆਪੈ। ਉਹਨਾਂ ਨੂੰ ਭਾਈ ਲਾਲਚ ਦੀ ਲਹਿਰ ਉਹਨਾਂ ਦੇ ਉੱਤੇ ਅਟੈਕ ਨਹੀਂ ਕਰ ਸਕਦੀ। ਲਾਲਚੀ ਨਹੀਂ ਨੇ, ਲਾਲਚ ਉਹਨਾਂ ਦੇ ਉੱਤੇ ਹੱਲਾ ਨਹੀਂ ਕਰਦਾ। ਲਹਿਰ ਨਹੀਂ ਭਵ ਲੋਭ ਵਿਆਪੈ, ਪਾਰ ਪਏ ਲੰਘ ਵਰੈ ਸਰਾਪੈ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਵਰ ਤੇ ਸਰਾਪ ਤੋਂ ਉੱਤੇ ਹੋ ਗਏ। ਵਰ ਦਾ ਮਤਲਬ ਹੁੰਦਾ ਵੀ ਕਿਸੇ ਦੇ ਉੱਤੇ ਬਹੁਤਾ ਡੁੱਲ ਜਾਣਾ। ਜਿੱਦਾਂ ਅਸੀਂ ਸਾਧੂਆਂ ਨੂੰ ਪੜ੍ਹਿਆ ਵੀ ਸਾਧੂ ਆਪਣੇ ਚੇਲਿਆਂ 'ਤੇ ਬੜਾ ਪ੍ਰਸੰਨ ਹੋਇਆ ਤਾਂ ਉਹਨੇ ਵਰ ਦੇ ਦਿੱਤਾ, ਅਤੇ ਸਾਧੂ ਨੂੰ ਆਪਣੇ ਚੇਲਿਆਂ 'ਤੇ ਗੁੱਸਾ ਆ ਗਿਆ ਅਤੇ ਸਾਧੂ ਨੇ ਕੀ ਕੀਤਾ? ਸਰਾਪ ਦੇ ਦਿੱਤਾ। ਹੁਣ ਵਰ ਤੇ ਸਰਾਪ ਨੂੰ ਸੋਸ਼ਲੀ ਅਸੀਂ ਕਿੱਦਾਂ ਸਮਝਦੇ ਹਾਂ ਵੀ ਜਿਹਦੇ ਨਾਲ ਤੇ ਸਾਡਾ ਸੁਭਾਅ ਰਲ ਗਿਆ, ਉਹਦੇ ਉੱਤੇ ਤੇ ਇੰਨਾ ਜ਼ਿਆਦਾ ਡੁੱਲ ਗਏ ਵੀ ਚੰਗਾ ਹੀ ਸਭ ਤੋਂ ਜ਼ਿਆਦਾ ਤੂੰ ਹੈ, ਆਪਣਾ ਸਾਰਾ ਹੀ ਆਪਾਂ ਉਹਦੇ 'ਤੇ ਨਿਸ਼ਾਵਰ ਕਰ ਦਿੱਤਾ, ਅਤੇ ਜਿਹਦੇ ਨਾਲ ਸਾਡੀ ਬਣਦੀ ਨਹੀਂ, ਉਹਨੂੰ ਦਿਲ ਦੇ ਵਿੱਚੋਂ ਬਦਦੁਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖ ਇੱਦਾਂ ਦੇ ਨਹੀਂ। ਨਾ ਤੇ ਫਜ਼ੂਲ ਦੇ ਵਿੱਚ ਕਿਸੇ ਦੇ ਨਾਲ ਜੁੜਨਾ ਵੀ ਐਵੇਂ ਝੂਠੀਆਂ ਤਰੀਫਾਂ ਦੇ ਪੁਲ ਬੰਨੀ ਜਾਓ, ਅਤੇ ਨਾ ਹੀ ਕਿਸੇ ਨੂੰ ਐਵੇਂ ਬੇਕਾਰ ਦੇ ਲਈ ਬੁਰਾ ਬੋਲੀ ਜਾਣਾ। ਪਾਰ ਪਏ ਲੰਘ ਵਰੈ ਸਰਾਪੈ। ਜਿੱਦਾਂ ਕਹਿੰਦੇ ਵੀ ਸੁਭਾਅ ਇੱਦਾਂ ਦਾ ਰੱਖੋ ਜਿੱਦਾਂ ਫੁੱਲ ਦਾ ਸੁਭਾਅ ਹੈ। ਚੰਗੇ ਦੇ ਹੱਥ ਦੇ ਵਿੱਚ ਆਵੇ, ਮਾੜੇ ਦੇ ਹੱਥ ਦੇ ਵਿੱਚ ਆਵੇ, ਫੁੱਲ ਨੇ ਸੁਗੰਧੀ ਹੀ ਦੇਣੀ ਹੈ। ਸਾਡਾ ਇਹ ਹਿਸਾਬ ਨਹੀਂ ਵੀ ਜਿਹੜੇ ਨਾਲ ਜੁੜੇ ਨੇ ਅਤੇ ਇਹਨਾਂ ਦੇ ਉੱਤੇ ਤੇ ਸਾਰਾ ਕੁਝ ਲੁਟਾ ਦਿੱਤਾ, ਅਤੇ ਜਿਹੜੇ ਨਾਲ ਨਹੀਂ ਜੁੜਦੇ ਅਤੇ ਉਹਨਾਂ ਦੇ ਲਈ ਬੁਰੀਆਂ ਭਾਵਨਾਵਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਇਹ ਨਹੀਂ, ਪਾਰ ਪਏ, ਇਹਨਾਂ ਚੀਜ਼ਾਂ ਤੋਂ ਪਾਰ ਪੈ ਗਏ। ਲੰਘ ਵਰੈ ਸਰਾਪੈ, ਇਹ ਚੀਜ਼ ਤੋਂ ਪਾਰ ਹੋ ਗਏ ਨੇ। ਇਹ ਗੁਰਸਿੱਖਾਂ ਦੀ ਰਹਿਣੀ ਹੈ। ਘਰ ਬਾਰੀ ਸਿੱਖ ਕਿਵੇਂ ਦੇ ਹੋਣ, ਉਹਨਾਂ ਨੂੰ ਸਮਝ ਹੋਵੇ ਭਾਈ ਸਮਾਜ ਦੇ ਵਿੱਚ ਵਿਚਰਨਾ ਕਿਵੇਂ ਹੈ, ਸਮਝ ਹੋਵੇ ਭਾਈ ਜਿਹੜੀ ਸੁਸਾਇਟੀ ਹੈ ਉਹਦੇ ਵਿੱਚ ਖਾਣ ਪੀਣ ਦਾ ਸਾਡਾ ਕੀ ਸਿਸਟਮ ਹੋਵੇ, ਉਹਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਿੱਦਾਂ ਕਰਨੀ ਹੈ, ਸੰਗਤ ਦੇ ਵਿੱਚ ਆ ਕੇ ਕਿੱਦਾਂ ਬੈਠਣਾ ਹੈ। ਹਰ ਪਾਸੇ ਤੋਂ ਜਿਹੜੀ ਪਰਸਨੈਲਿਟੀ ਹੈ ਨਾ, ਉਹ ਚੰਗੀ ਹੋਣੀ ਚਾਹੀਦੀ ਹੈ। ਇਹ ਖੇਡਾਂ ਨੇ ਜ਼ਿੰਦਗੀ ਦੀਆਂ। ਗੁਰਸਿੱਖ ਇਕੱਲਾ ਧਾਰਮਿਕ ਨਹੀਂ ਹੈ, ਸੁਸਾਇਟੀ ਵਾਲੇ ਪਾਸੇ ਤੋਂ ਵੀ ਚੰਗਾ ਹੋਣਾ ਚਾਹੀਦਾ ਹੈ।